ਸਤਿ ਸ਼੍ਰੀ ਅਕਾਲ ਬੱਚਿਓ। ਫਿਜ਼ਿਕਸ ਅਤੇ ਕੈਮਿਸਟਰੀ ਨਾਲ ਸੰਬੰਧਿਤ ਆਪਣੇ 100 MCQs ਹੋ ਗਏ ਸੀ। ਅੱਜ ਆਪਾਂ ਜੀਵ ਵਿਗਿਆਨ ਦੀ ਗੱਲ ਕਰਾਂਗੇ ਬੇਟਾ। ਬਾਇਓਲੋਜੀ ਦੇ ਵਿੱਚੋਂ ਆਪਾਂ 100 ਕੁਐਸਚਨ ਡਿਸਕਸ ਕਰਾਂਗੇ। ਤੁਸੀਂ ਧਿਆਨ ਨਾਲ ਸਮਝਣਾ ਵੀ ਹੈ, ਸੁਣਨਾ ਵੀ। ਅਗਰ ਨੋਟ ਕਰਨ ਵਾਲੀ ਕੋਈ ਗੱਲ ਹੈ ਤਾਂ ਉਹਨੂੰ ਆਪਣੀ ਕਾਪੀ 'ਤੇ ਨੋਟ ਵੀ ਕਰ ਲੈਣਾ ਹੈ। ਠੀਕ ਹੈ ਬੇਟਾ, ਸਟਾਰਟ ਕਰੀਏ ਫਸਟ ਕੁਐਸਚਨ ਤੋਂ। ਡੈਸ਼ ਨੇ 1674 ਵਿੱਚ ਸਭ ਤੋਂ ਪਹਿਲਾਂ ਇੱਕ ਉੱਨਤ ਸੂਖਮਦਰਸ਼ੀ ਰਾਹੀਂ ਛੱਪੜ ਦੇ ਪਾਣੀ ਵਿੱਚ ਮਿਲਣ ਵਾਲੇ ਸੁਤੰਤਰ ਜੀਵਤ ਸੈੱਲਾਂ ਦਾ ਪਤਾ ਲਗਾਇਆ। ਕਿਹੜਾ ਸੀ ਵੀ ਜਿਹਨੇ ਲਗਾਇਆ ਸੀ? ਇੱਕ ਉੱਨਤ ਸੂਖਮਦਰਸ਼ੀ ਰਾਹੀਂ ਛੱਪੜ ਦੇ ਪਾਣੀ ਵਿੱਚ ਮਿਲਣ ਵਾਲੇ ਸੁਤੰਤਰ ਜੀਵਤ ਸੈੱਲਾਂ ਦਾ ਪਤਾ ਲਗਾਇਆ ਸੀ। ਕਿਹਨੇ ਲਗਾਇਆ ਸੀ ਬੇਟਾ? ਇਹ 9ਵੀਂ ਦੇ ਵਿੱਚ ਆਪਾਂ ਪੜ੍ਹਿਆ। ਲਿਊਵਨਹੌਕ ਨੇ ਇਹ ਪਤਾ ਲਗਾਇਆ ਸੀ। ਠੀਕ ਹੈ, ਇਹਦੇ ਵਿੱਚ ਹੋਰ ਨਾਮ ਨੇ ਜਿਵੇਂ ਰੋਬਰਟ ਬਰਾਊਨ। ਇਹਨੇ ਕੀ ਕੀਤਾ ਸੀ ਵੀ? ਰੋਬਰਟ ਬਰਾਊਨ ਨੇ 1831 ਦੇ ਵਿੱਚ ਸੈੱਲ ਦੇ ਕੇਂਦਰਕ ਦਾ ਪਤਾ ਲਗਾਇਆ ਸੀ। ਇੱਕ ਰੋਬਰਟ ਹੁੱਕ, ਇਹਨੇ ਕੀ ਕੀਤਾ ਸੀ? ਇਹਨੇ ਕੋਸ਼ਿਕਾ ਸੈੱਲ ਦਾ ਪਤਾ ਲਗਾਇਆ ਸੀ 1665 ਈਸਵੀ ਦੇ ਵਿੱਚ। ਪੁਰਕਿੰਜੇ ਇਹਨੇ ਕੀ ਕੀਤਾ ਸੀ ਵੀ? ਇਹਨੇ ਸੈੱਲ ਵਿੱਚ ਮਿਲਣ ਵਾਲਾ ਜਿਹੜਾ ਤਰਲ ਜੈਵਿਕ ਪਦਾਰਥ ਹੁੰਦਾ, ਜਿਹੜਾ ਸੈੱਲ ਵਿੱਚ ਹੁੰਦਾ, ਉਹਨੂੰ ਜੀਵ ਦਰਵ ਦਾ ਨਾਮ ਦਿੱਤਾ ਸੀ 1839 ਈਸਵੀ ਦੇ ਵਿੱਚ। ਠੀਕ ਹੈ ਬੇਟਾ, ਅਗਲਾ ਕੁਐਸਚਨ। ਇੱਕ ਮਾਈਕਰੋਮੀਟਰ ਬਰਾਬਰ ਹੁੰਦਾ ਹੈ 10 ਦੀ ਘਾਤ -6। ਠੀਕ ਹੈ, ਇਹਦੇ ਬਰਾਬਰ ਹੁੰਦਾ ਹੈ 1। ਠੀਕ ਹੈ ਬੇਟਾ, 10 ਦੀ ਘਾਤ -6 ਮੀਟਰ। ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣੂਗੀ। ਲਾਈਸੋਸੋਮ ਡੈਸ਼ ਤੋਂ ਬਣਦੇ ਹਨ? ਕੀ ਤੋਂ ਬਣਦੇ ਨੇ ਵੀ? ਗਾਲਜੀ ਕਾਇਆਮਾਂ ਇਹ ਤੋਂ ਬਣਦੇ ਹਨ। ਠੀਕ ਹੈ, ਇਹਨਾਂ ਨੂੰ ਸੈੱਲ ਦਾ ਮਲ ਤਿਆਗ ਤੰਤਰ ਵੀ ਕਿਹਾ ਜਾਂਦਾ ਹੈ। ਅਗਲਾ, ਅਮੀਬਾ ਆਪਣਾ ਭੋਜਨ ਡੈਸ਼ ਪ੍ਰਕਿਰਿਆ ਰਾਹੀਂ ਪ੍ਰਾਪਤ ਕਰਦਾ ਹੈ? ਕਿਸ ਪ੍ਰਕਿਰਿਆ ਰਾਹੀਂ ਕਰਦਾ ਵੀ? ਆਵਾਸੀ ਪੈਰ ਹੁੰਦੇ ਨੇ, ਉਹਨਾਂ ਨੂੰ ਇਹ ਆਵਾਸੀ ਪੈਰ ਰਾਹੀਂ ਇਹ ਭੋਜਨ ਪ੍ਰਾਪਤ ਕਰਦਾ, ਅੰਦਰ ਲੈ ਕੇ ਜਾਂਦਾ ਮਤਲਬ। ਠੀਕ ਹੈ, ਉਹਨੂੰ ਅੰਤਰ ਗ੍ਰਹਿਣ ਪ੍ਰਕਿਰਿਆ ਰਾਹੀਂ ਕਰਦਾ ਹੈ। ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿੱਚ ਆਕਸੀਜਨ ਗਲੂਕੋਜ਼ ਵਿੱਚ ਕਿੱਥੋਂ ਆਉਂਦੀ ਹੈ? ਕਿੱਥੋਂ ਆਉਂਦੀ ਹੈ ਬੇਟਾ? ਪਾਣੀ ਦੇ ਵਿੱਚੋਂ ਆਉਂਦੀ ਹੈ। ਸੰਨ 1831 ਵਿੱਚ ਰਾਬਰਟ ਬਰਾਊਨ ਨੇ ਸੈੱਲ ਦੇ ਕਿਸ ਹਿੱਸੇ ਦੀ ਖੋਜ ਕੀਤੀ? ਇਹ ਆਪਾਂ ਪਹਿਲੇ ਡਿਸਕਸ ਕਰ ਲਿਆ। ਕਿਸ ਹਿੱਸੇ ਦੀ ਖੋਜ ਕੀਤੀ ਸੀ ਰਾਬਰਟ ਬਰਾਊਨ ਨੇ? 1831 ਵਿੱਚ ਸੈੱਲ ਦੇ ਕੇਂਦਰਕ ਦਾ ਪਤਾ ਲਗਾਇਆ ਸੀ। ਕੋਸ਼ਿਕਾਵਾਂ ਦੀ ਦੀਵਾਰ ਬਹੁਤ ਪਤਲੀ ਹੈ ਜਿਸ ਵਿੱਚ ਗੈਸਾਂ ਦੀ ਅਦਲਾ ਬਦਲੀ ਹੁੰਦੀ ਹੈ। ਇਸ ਵਿੱਚ ਕਿਹੜੇ ਟਿਸ਼ੂ ਨਹੀਂ ਹੁੰਦੇ ਹਨ? ਕਿਹੜੇ ਨਹੀਂ ਹੁੰਦੇ ਵੀ? ਕੋਸ਼ਿਕਾਵਾਂ ਦੀ ਦੀਵਾਰ ਪਤਲੀ ਹੁੰਦੀ ਹੈ, ਕਿਹੜੇ ਟਿਸ਼ੂ ਇਹਦੇ ਵਿੱਚ ਨਹੀਂ ਹੁੰਦੇ? ਕਿਹੜੇ ਨਹੀਂ ਹੁੰਦੇ? ਪੇਸ਼ੀ ਟਿਸ਼ੂ ਇਹਦੇ ਵਿੱਚ ਨਹੀਂ ਹੁੰਦੇ। ਡੈਸ਼ ਦੀ ਚਮੜੀ ਵਿੱਚ ਵਾਲ, ਪਸੀਨਾ ਗ੍ਰੰਥੀ ਅਤੇ ਤੇਲ ਗ੍ਰੰਥੀ ਹੁੰਦੀ ਹੈ? ਇਹਦੇ ਵਿੱਚ ਹੁੰਦੀ ਹੈ ਬੇਟਾ, ਕਾਫੀ ਇੰਪੋਰਟੈਂਟ ਹੈ, ਮੈਮਲੀਆ। ਆਪਾਂ ਵੀ, ਮਨੁੱਖ ਵੀ ਮੈਮਲੀਆ ਦੇ ਵਿੱਚ ਹੀ ਆਉਂਦੇ ਨੇ। ਵਾਲ, ਪਸੀਨਾ ਗ੍ਰੰਥੀ, ਤੇਲ ਗ੍ਰੰਥੀ ਸਾਰਾ ਕੁਛ ਹੁੰਦਾ ਹੈ। ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਧ ਊਰਜਾ ਕਿੱਥੋਂ ਮਿਲਦੀ ਹੈ? ਕਿੱਥੋਂ ਮਿਲਦੀ ਹੈ? ਆਕਸੀ ਸਾਹ ਕਿਰਿਆ। ਠੀਕ ਹੈ, ਇਹਦੇ ਵਿੱਚ ਸਭ ਤੋਂ ਵੱਧ ਊਰਜਾ ਮਿਲਦੀ ਹੈ। ਹੇਠ ਲਿਖਿਆਂ ਵਿੱਚੋਂ ਬ੍ਰਾਇਓਫਾਈਟਾਂ ਲਈ ਕਿਹੜਾ ਕਥਨ ਸਹੀ ਨਹੀਂ ਹੈ? ਠੀਕ ਹੈ, ਆਪਾਂ ਦੱਸਣਾ ਵੀ ਇਹਦੇ ਲਈ ਕਿਹੜਾ ਕਥਨ ਸਹੀ ਨਹੀਂ ਹੈ। ਇਸ ਵਰਗ ਦੇ ਪੌਦਿਆਂ ਨੂੰ ਪੌਦਾ ਜਗਤ ਦੇ ਜਲੀ ਥਲੀ ਜੀਵ ਕਿਹਾ ਜਾਂਦਾ ਹੈ। ਇਹ ਸਹੀ ਹੈ। ਠੀਕ ਹੈ, ਫਸਟ ਸਟੇਟਮੈਂਟ ਜਿਹੜੀ ਲਿਖੀ ਹੈ ਉਹ ਸਹੀ ਹੈ। ਇਸ ਵਿੱਚ ਪੌਦੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਪਾਣੀ ਅਤੇ ਦੂਜੇ ਪਦਾਰਥਾਂ ਦੀ ਢੋਆ-ਢੁਆਈ ਲਈ ਵਿਸ਼ੇਸ਼ ਟਿਸ਼ੂ ਨਹੀਂ ਹੁੰਦੇ। ਇਹ ਵੀ ਕਥਨ ਸਹੀ ਹੈ। ਇਸ ਵਰਗ ਵਿੱਚ ਪੌਦੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਪਾਣੀ ਅਤੇ ਦੂਜੇ ਪਦਾਰਥਾਂ ਦੀ ਢੋਆ-ਢੁਆਈ ਲਈ ਵਿਸ਼ੇਸ਼ ਟਿਸ਼ੂ ਹੁੰਦੇ ਹਨ। ਇਹ ਸਟੇਟਮੈਂਟ ਕੀ ਹੈ? ਗਲਤ ਹੈ। ਇਸ ਵਰਗ ਵਿੱਚ ਪੌਦਾ ਸਰੀਰ, ਤਣੇ ਅਤੇ ਪੱਤਿਆਂ ਵਰਗੀ ਸੰਰਚਨਾ ਵਿੱਚ ਵਿਭਾਜਿਤ ਹੁੰਦਾ। ਇਹ ਵੀ ਸਟੇਟਮੈਂਟ ਕੀ ਹੈ? ਸਹੀ। ਆਪਾਂ ਦੱਸਣਾ ਵੀ ਕਿਹੜੀ ਸਹੀ ਨਹੀਂ ਹੈ, ਤਾਂ ਕਿਹੜੀ ਸਹੀ ਨਹੀਂ ਹੈ? ਤੀਜੀ। ਇਹਨਾਂ ਦੇ ਵਿੱਚ ਟਿਸ਼ੂ ਨਹੀਂ ਹੁੰਦੇ, ਪਰ ਇੱਥੇ ਲਿਖਿਆ ਵੀ ਟਿਸ਼ੂ ਹੁੰਦੇ ਹਨ। ਅਗਲਾ, ਨੀਲੀ ਹਰੀ ਕਾਈ ਜਾਂ ਸਾਈਨੋਬੈਕਟੀਰੀਆ ਕਿਸ ਵਰਗ ਨਾਲ ਸੰਬੰਧਿਤ ਹੈ? ਠੀਕ ਹੈ ਵੀ, ਨੀਲੀ ਹਰੀ ਕਾਈ ਜਾਂ ਸਾਈਨੋਬੈਕਟੀਰੀਆ ਕਿਸ ਵਰਗ ਨਾਲ ਸੰਬੰਧਿਤ ਹੈ ਬੇਟਾ? ਮੋਨੀਰਾ ਵਰਗ ਨਾਲ ਸੰਬੰਧਿਤ ਹੈ। ਹੇਠ ਲਿਖਿਆਂ ਵਿੱਚੋਂ ਕਿਹੜੇ ਅੰਗ ਵਿੱਚ ਆਪਣਾ DNA ਅਤੇ ਰਾਈਬੋਸੋਮਸ ਹੁੰਦੇ ਨੇ? ਕਾਫੀ ਇੰਪੋਰਟੈਂਟ ਹੈ। ਕਿਹਦੇ ਵਿੱਚ ਹੁੰਦੇ ਨੇ ਵੀ? ਮਾਈਟੋਕਾਂਡਰੀਆ ਅਤੇ
क्लोरोप्लास्ट ਦੇ ਵਿੱਚ ਆਪਣਾ DNA ਤੇ ਰਾਈਬੋਸੋਮਸ ਹੁੰਦੇ ਨੇ। ਠੀਕ ਹੈ, ਇੱਥੇ ਇੱਕ ਵਰਡ ਲਿਖਿਆ ਲਾਈਸੋਸੋਮਸ, ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਦੀ। ਠੀਕ ਹੈ, ਇਸ ਨੂੰ ਸੈੱਲ ਦੀ ਆਤਮਘਾਤੀ ਪੋਟਲੀ ਵੀ ਕਿਹਾ ਜਾਂਦਾ ਹੈ। ਇਹ ਪੁੱਛ ਸਕਦੇ ਨੇ ਵੀ ਕਿਸ ਨੂੰ ਸੈੱਲ ਦੀ ਆਤਮਘਾਤੀ ਪੋਟਲੀ ਕਿਹਾ ਜਾਂਦਾ ਹੈ, ਕਿਹਨੂੰ ਕਿਹਾ ਜਾਂਦਾ ਵੀ ਲਾਈਸੋਸੋਮਸ। ਕਿਉਂ? ਕਿਉਂਕਿ ਇਹ ਫਟ ਕੇ ਆਪਣੇ ਸੈੱਲ ਨੂੰ ਆਪ ਹੀ ਹਜਮ ਕਰ ਸਕਦੇ ਨੇ। ਠੀਕ ਹੈ, ਇਸ ਦੇ ਜਿਹੜੇ ਇੰਜ਼ਾਈਮ ਹੁੰਦੇ ਨੇ ਉਹ ਇਹ ਜਦੋਂ ਫਟ ਜਾਂਦਾ ਇਸ ਦੇ ਇੰਜ਼ਾਈਮ ਇਹਦੇ ਸੈੱਲ ਨੂੰ ਹਜਮ ਕਰ ਜਾਂਦੇ ਨੇ, ਮਤਲਬ ਖ਼ਤਮ ਕਰ ਦਿੰਦੇ ਨੇ। ਇਸ ਕਰਕੇ ਇਸ ਨੂੰ ਸੈੱਲ ਦੀ ਆਤਮਘਾਤੀ ਪੋਟਲੀ ਵੀ ਕਿਹਾ ਜਾਂਦਾ ਹੈ। ਪੌਦਿਆਂ ਵਿੱਚ ਕਿਸ ਟਿਸ਼ੂ ਦੇ ਸੈੱਲ ਮ੍ਰਿਤਕ ਹੁੰਦੇ ਨੇ? ਕਿਸ ਵਿੱਚ ਹੁੰਦੇ ਆ ਵੀ? ਕਿਸ ਟਿਸ਼ੂ ਦੇ ਸੈੱਲ ਮ੍ਰਿਤਕ ਹੁੰਦੇ ਨੇ? ਕਿਹਦੇ ਵਿੱਚ ਹੁੰਦੇ ਨੇ? ਸਕੈਲਰਨ ਕਾਇਮਾ। ਠੀਕ ਹੈ, ਇਸ ਟਿਸ਼ੂ ਦੇ ਸੈੱਲ ਮ੍ਰਿਤਕ ਹੁੰਦੇ ਨੇ। ਇਹਦਾ ਕੰਮ ਕੀ ਹੈ ਪੌਦੇ ਦੇ ਵਿੱਚ? ਪੌਦੇ ਨੂੰ ਇਹ ਕਠੋਰ ਅਤੇ ਮਜ਼ਬੂਤ ਬਣਾਉਂਦਾ ਹੈ। ਕਿਹੜਾ ਪ੍ਰੋਟੋਜ਼ੋਆ ਨੀਂਦ ਦੀ ਬਿਮਾਰੀ ਦਾ ਕਾਰਨ ਹੈ? ਕਿਹੜਾ ਹੈ ਬੇਟਾ? ਲੇਸ਼ਮਾਨੀਆ ਨੀਂਦ ਦੀ ਬਿਮਾਰੀ ਦਾ ਕਾਰਨ ਹੈ। ਸੈੱਲ ਵਿੱਚ ਮਿਲਣ ਵਾਲੇ ਤਰਲ ਜੈਵਿਕ ਪਦਾਰਥ ਨੂੰ ਜੀਵ ਦ੍ਰਵ ਦਾ ਨਾਂ ਕਿਸ ਨੇ ਦਿੱਤਾ? ਇਹ ਵੀ ਆਪਾਂ ਪਹਿਲਾਂ ਕਰ ਲਿਆ ਸੀ। ਕਿਸ ਨੇ ਦਿੱਤਾ ਸੀ ਵੀ? ਪੁਰਕਿੰਜੇ ਨੇ ਇਸ ਨੂੰ ਜੀਵ ਦ੍ਰਵ ਦਾ ਨਾਮ ਦਿੱਤਾ ਸੀ 1839 ਵਿੱਚ। ਠੀਕ ਹੈ ਬੇਟਾ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜੀ ਮੱਛੀ ਵਰਗ ਪਾਈਸਿਸ ਨਾਲ ਸੰਬੰਧਿਤ ਨਹੀਂ ਹੈ? ਰੋਹੂ ਮੱਛੀ ਵੀ ਸੰਬੰਧਿਤ ਹੈ, ਸ਼ਾਰਕ ਵੀ ਸੰਬੰਧਿਤ ਹੈ, ਲਾਈਨ ਮੱਛੀ ਵੀ ਸੰਬੰਧਿਤ ਹੈ। ਤਾਰਾ ਮੱਛੀ ਹੈ ਜਿਹੜੀ ਪਾਈਸਿਸ ਵਰਗ ਨਾਲ ਸੰਬੰਧਿਤ ਨਹੀਂ ਹੈ। ਇਹ ਕਿਹਦੇ ਨਾਲ ਸੰਬੰਧਿਤ ਆ ਬੇਟਾ? ਇਹ ਤਾਰਾ ਮੱਛੀ ਇਕਾਈਨੋਡਰਮੇਟਾ ਵਰਗ ਹੈ, ਉਸ ਨਾਲ ਸੰਬੰਧਿਤ ਹੈ ਇਹ। ਠੀਕ ਹੈ, ਤਾਰਾ ਮੱਛੀ ਇਕਾਈਨੋਡਰਮੇਟਾ ਵਰਗ ਨਾਲ ਸੰਬੰਧਿਤ ਹੈ। ਇਹ ਕਿਹੜੇ, ਇਹਦੇ ਵਿੱਚ ਕਿਹੜੇ ਜੀਵ ਆਉਂਦੇ ਨੇ ਬੇਟਾ? ਜਿਨ੍ਹਾਂ ਦੀ ਚਮੜੀ ਹੈ ਜਿਹੜੀ ਉਹ ਕੰਡੇਦਾਰ ਹੁੰਦੀ ਹੈ ਅਤੇ ਜਿਹੜਾ ਇਹਨਾਂ ਦਾ ਪੂਰਾ ਨਾੜੀ ਸਿਸਟਮ ਹੁੰਦਾ ਹੈ ਉਹ ਪਾਣੀ ਨਾਲ ਭਰਿਆ ਹੁੰਦਾ, ਜਿਹੜਾ ਇਹਨਾਂ ਨੂੰ ਚੱਲਣ ਵਿੱਚ ਮਦਦ ਕਰਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਬਹੁਮਾਤਰੀ ਪੋਸ਼ਕ ਤੱਤ ਨਹੀਂ ਹੈ? ਕਿਹੜਾ ਹੈ ਵੀ ਬਹੁਮਾਤਰੀ ਪੋਸ਼ਕ ਤੱਤ ਜਿਹੜਾ ਨਹੀਂ ਹੈ? ਕਿਹੜਾ ਹੈ? ਆਇਰਨ। ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਨਹੀਂ ਹੈ? ਆਕਸੀਨ ਵੀ ਪੌਦਾ ਹਾਰਮੋਨ ਹੈ। ਠੀਕ ਹੈ, ਜਿਬਰੇਲਿਨ ਵੀ ਹੈ, ਇੰਸੂਲਿਨ, ਸਾਈਟੋਕਾਈਨਨ ਵੀ ਹੈ। ਇੰਸੂਲਿਨ ਕਿਹੜਾ ਹਾਰਮੋਨ ਹੈ? ਜੰਤੂ ਹਾਰਮੋਨ ਹੈ, ਪੌਦਾ ਹਾਰਮੋਨ ਨਹੀਂ ਹੈ। ਇਹਦੇ ਲਈ ਸਹੀ ਆਪਸ਼ਨ ਕਿਹੜੀ ਆਏਗੀ ਬੇਟਾ? ਥਰਡ ਵਾਲੀ। ਸੈੱਲ ਝਿੱਲੀ ਵਿੱਚ ਸਭ ਤੋਂ ਵੱਧ ਲਿਪਿਡ ਕਿਸ ਰੂਪ ਦੇ ਵਿੱਚ ਹੁੰਦਾ ਹੈ? ਇਹ ਵੀ ਇੰਪੋਰਟੈਂਟ ਹੈ। ਕਿਸ ਫੋਮ ਦੇ ਵਿੱਚ ਹੁੰਦਾ? ਫਾਸਫੋਲਿਪਿਡ ਫੋਮ ਦੇ ਵਿੱਚ ਹੁੰਦਾ ਹੈ। ਮਨੁੱਖੀ ਸਰੀਰ ਵਿੱਚ ਪਾਚਨ ਕਿਰਿਆ ਕਿੱਥੇ ਸ਼ੁਰੂ ਹੁੰਦੀ ਹੈ? ਪਾਚਨ ਕਿਰਿਆ ਕਿੱਥੋਂ ਸ਼ੁਰੂ ਹੁੰਦੀ ਹੈ ਵੀ? ਮੂੰਹ ਤੋਂ ਸ਼ੁਰੂ ਹੁੰਦੀ ਹੈ ਨਾ, ਇਸ ਲਈ ਮੂੰਹ ਆਪਸ਼ਨ ਆਏਗੀ। ਖੂਨ ਵਿੱਚ ਪਲੇਟਲੈਟਸ ਕਿਹੜਾ ਰਸਾਇਣ ਛੱਡਦੇ ਨੇ? ਵੈਸੇ ਇਹਦੇ ਲਈ ਆਪਸ਼ਨ ਆਪਾਂ ਲਾਵਾਂਗੇ ਥ੍ਰੋਮੋਪਲਾਸਟਿਨ। ਜਿਹੜਾ ਰਸਾਇਣ ਛੱਡਦੇ ਨੇ ਉਹਨਾਂ ਦੇ ਵਿੱਚੋਂ ਮੇਨ ਹੁੰਦਾ ਥ੍ਰੋਮੋਬੋਰੋਨ, A2, ਠੀਕ ਹੈ, ਅਤੇ ADP। ਇਹ ਪਲਾਸਟਿਡਸ ਖੂਨ ਦੇ ਵਿੱਚ ਛੱਡਦੇ ਨੇ। ਠੀਕ ਹੈ ਬੇਟਾ, ਥ੍ਰੋਮੋਵੋਕਸੇਨ, A2 ਅਤੇ ADP ਅਡੀਨੋ ਡਾਈਫੋਸਫੇਟਸ। ਠੀਕ ਹੈ ਬੇਟਾ, ਖੂਨ ਦੇ ਵਿੱਚ ਹੁੰਦੇ ਨੇ ਇਹ ਪਲੇਟਲੈਟਸ। ਖੂਨ ਦੇ ਵਿੱਚ 4 ਹੁੰਦੇ ਨੇ। ਕਿਹੜੇ ਕਣ ਹੁੰਦੇ ਆ ਖੂਨ ਦੇ ਵਿੱਚ? ਰੈੱਡ ਬਲੱਡ ਸੈੱਲ, ਠੀਕ ਹੈ, ਵਾਈਟ ਬਲੱਡ ਸੈੱਲ, ਚਿੱਟੇ ਕਣ, ਲਾਲ ਕਣ। ਠੀਕ ਹੈ, ਇੱਕ ਹੁੰਦਾ ਪਲਾਜ਼ਮਾ ਜਿਹੜਾ ਤਰਲ ਪਦਾਰਥ ਹੁੰਦਾ। ਠੀਕ ਹੈ, ਉਹ ਕੀ ਹੁੰਦਾ? ਪਲਾਜ਼ਮਾ। ਅਤੇ ਚੌਥੇ ਕਿਹੜੇ ਹੁੰਦੇ ਆ? ਪਲੇਟਲੈਟਸ। ਅਗਲਾ, ECG ਕਿਸ ਅੰਗ ਦਾ ਰਿਕਾਰਡ ਰੱਖਦੀ ਹੈ? ਕਿਸ ਦਾ ਰਿਕਾਰਡ ਰੱਖਦੀ ਹੈ ਬੇਟਾ? ਦਿਲ ਦਾ। ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਦਿਲ ਦੀ ਧੜਕਣ ਦਾ ਜਿਹੜਾ ਗ੍ਰਾਫ ਹੁੰਦਾ ਹੈ ਐਵੇਂ ਜੇ ਦਰਸਾਇਆ ਹੁੰਦਾ ਉਹ ਕਿਹੜਾ ਹੁੰਦਾ ਹੈ? ECG ਬੋਲਦੇ ਨੇ ਉਹਨੂੰ, ਇਲੈਕਟ੍ਰੋਕਾਰਡੀਓਗ੍ਰਾਮ। 23ਵਾਂ ਕੁਐਸਚਨ, ਫੰਜਾਈ ਦੀ ਸੈੱਲ ਦੀਵਾਰ ਕਿਸ ਪਦਾਰਥ ਤੋਂ ਬਣੀ ਹੁੰਦੀ ਹੈ? ਕਾਫੀ ਇੰਪੋਰਟੈਂਟ ਹੈ। ਕਿਸ ਤੋਂ ਬਣੀ ਹੁੰਦੀ ਹੈ ਬੇਟਾ? ਕਾਈਟਿਨ ਤੋਂ ਮਿਲ ਕੇ ਬਣੀ ਹੁੰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਨਿਕੜਾ ਅੰਗ ਊਰਜਾ ਘਰ ਅਖਵਾਉਂਦਾ ਹੈ? ਇਹ ਵੀ ਕਾਫੀ ਇੰਪੋਰਟੈਂਟ ਆਪਾਂ ਨੂੰ ਆਉਂਦਾ ਹੀ ਹੈ। ਕਿਹੜਾ ਅਖਵਾਉਂਦਾ ਵੀ ਊਰਜਾ ਘਰ? ਮਾਈਟੋਕਾਂਡਰੀਆ, ਜਾਂ ਇਹਨੂੰ ਬੋਲ ਦਿੰਦੇ ਨੇ ਸੈੱਲ ਦਾ ਸ਼ਕਤੀ ਘਰ। ਠੀਕ ਹੈ, 1 ਗ੍ਰਾਮ ਚਰਬੀ 1 ਗ੍ਰਾਮ ਕਾਰਬੋਹਾਈਡਰੇਟ ਨਾਲੋਂ ਵੱਧ ਊਰਜਾ ਪ੍ਰਦਾਨ ਕਰਦੀ ਹੈ।
ਕਿਉਂਕਿ ਚਰਬੀ ਵਿੱਚ ਵੱਧ ਕਾਰਬਨ ਹਾਈਡਰੋਜਨ ਬੰਧਨ ਹਨ। ਅੰਧਰਾਤਾ ਰੋਗ ਨਾਮਕ ਰੋਗ ਕਿਉਂ ਹੁੰਦਾ ਹੈ? ਵਿਟਾਮਿਨ ਏ ਦੀ ਕਮੀ ਕਾਰਨ। B1 ਦੀ ਕਮੀ ਕਾਰਨ ਬੇਰੀ C ਦੀ ਕਮੀ ਕਾਰਨ ਸਕਰਬੀ ਅਤੇ D ਦੀ ਕਮੀ ਕਾਰਨ ਰਿਕਟਸ ਹੁੰਦਾ। ਅਗਲਾ ਕੁਐਸਚਨ ਇਹਦੇ ਨਾਲ ਦਾ ਹੀ ਹੈ ਮੈਨੂੰ ਲੱਗਦਾ। ਮਨੁੱਖ ਨੂੰ ਵੇਰੀ ਰਿਕਟਸ ਅਤੇ ਸਕਰਬੀ ਰੋਗ ਦੀ ਸੰਭਾਵਨਾ ਵਧੇਰੀ ਹੁੰਦੀ ਹੈ ਜੇਕਰ ਉਸ ਵਿੱਚ ਕਮੀ ਹੋਵੇ। ਵਿਟਾਮਿਨ B1 ਦੀ ਕਮੀ ਨਾਲ ਬੇਰੀ D ਦੀ ਕਮੀ ਨਾਲ ਰਿਕਟਸ ਅਤੇ C ਦੀ ਕਮੀ ਨਾਲ ਸਕਰਬੀ। ਸਾਡੇ ਸਰੀਰ ਦਾ ਕਿੰਨਾ ਹਿੱਸਾ ਪਾਣੀ ਹੈ? ਕਿੰਨਾ ਹਿੱਸਾ? ਲਗਭਗ 2/3 ਹਿੱਸਾ, ਨੀਅਰ ਅਬਾਊਟ 66% ਜਾਂ ਆਪਾਂ ਨੀਅਰਲੀ 70% ਕਹਿ ਦਿੰਦੇ ਹਾਂ ਵੀ ਕਿੰਨਾ ਹੈ? ਪਾਣੀ ਹੈ। ਇਹਦੇ ਲਈ ਦੂਜੀ ਆਪਸ਼ਨ ਸਹੀ ਬਣੂਗੀ, 2 ਸਹੀ 3, 2/3। ਟਾਈਗਰ ਪ੍ਰੋਜੈਕਟ ਭਾਰਤ ਵਿੱਚ ਕਦੋਂ ਸ਼ੁਰੂ ਹੋਇਆ? ਟਾਈਗਰ ਪ੍ਰੋਜੈਕਟ ਆ ਜਿਹੜਾ ਉਹ ਟਾਈਗਰਸ ਨੇ ਜਿਹੜੇ ਚੀਤੇ ਉਹਨਾਂ ਨੂੰ ਬਚਾਉਣ ਦੇ ਲਈ, ਉਹਨਾਂ ਦੀ ਰੱਖਿਆ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ, ਖਾਤਮੇ ਤੋਂ ਬਚਾਉਣ ਲਈ। ਇਹ ਕਦੋਂ ਸ਼ੁਰੂ ਕੀਤਾ ਗਿਆ ਸੀ ਵੀ ਭਾਰਤ ਵਿੱਚ? ਅਪ੍ਰੈਲ 1973 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਕੀਟ ਆਹਾਰੀ ਪੌਦੇ ਇੱਕ ਖਾਸ ਕਿਸਮ ਦੀ ਧਰਤੀ 'ਤੇ ਉੱਗਦੇ ਹਨ ਜਿਸ ਵਿੱਚ ਕਿਸ ਤੱਤ ਦੀ ਘਾਟ ਹੁੰਦੀ ਹੈ? ਕਿਸ ਤੱਤ ਦੀ ਘਾਟ ਹੁੰਦੀ ਹੈ ਬੇਟਾ ਜਿੱਥੇ ਕੀਟ ਆਹਾਰੀ ਪੌਦੇ ਉੱਗਦੇ ਨੇ? ਨਾਈਟ੍ਰੋਜਨ ਦੀ। ਮਿੱਟੀ ਦੀ ਰਚਨਾ ਕੀ ਹੈ? ਕੀ ਤੋਂ ਮਿਲ ਕੇ ਬਣਦੀ ਹੈ ਮਿੱਟੀ ਵੀ? ਖਣਿਜ, ਮੱਲੜ, ਹਵਾ, ਪਾਣੀ। ਹਰੀ ਖਾਦ ਫਸਲ ਦੀ ਉਪਜ ਨੂੰ ਕਿੰਨੇ ਗੁਣਾ ਵਧਾ ਦਿੰਦੀ ਹੈ? 30 ਤੋਂ 50% ਹਰੀ ਖਾਦ ਫਸਲ ਦੀ ਉਤਪਾਦਨ ਨੂੰ ਵਧਾ ਦਿੰਦੀ ਹੈ। ਮੂੰਹ ਖੁਰ ਰੋਗ। ਮੂੰਹ ਅਤੇ ਖੁਰ ਰੋਗ ਇੱਕ ਫੈਲਣ ਵਾਲਾ ਰੋਗ ਹੈ ਜਿਹੜਾ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਆਦਿ ਵਿੱਚ ਕਿਸ ਸੂਖਮ ਜੀਵ ਰਾਹੀਂ ਫੈਲਦਾ ਹੈ? ਕਿਸ ਤੋਂ ਨਾਲ ਫੈਲਦਾ ਵੀ? ਵਾਇਰਸ ਨਾਲ, ਵਿਸ਼ਾਣੂ ਦੁਆਰਾ ਫੈਲਾਇਆ ਜਾਂਦਾ ਹੈ। ਕਟਲਾ ਅਤੇ ਰੋਹੂ ਕਿਸ ਦੀਆਂ ਉਦਾਹਰਨਾਂ ਹਨ? ਤਾਜ਼ੇ ਪਾਣੀ ਦੀਆਂ ਮੱਛੀਆਂ। ਦੁਧਵਾ ਨੈਸ਼ਨਲ ਪਾਰਕ ਦੇਸ਼ ਦੇ ਕਿਸ ਰਾਜ ਵਿੱਚ ਹੈ? ਕਿਸ ਰਾਜ ਵਿੱਚ ਹੈ ਬੇਟਾ ਇਹ ਨੈਸ਼ਨਲ ਪਾਰਕ? ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਲਖਮੀਰਪੁਰ ਖੇਰੀ ਨਾਮ ਸਥਾਨ 'ਤੇ ਹੈ। ਠੀਕ ਹੈ, ਇਹ ਪਾਰਕ ਲਗਭਗ ਇਹ 490 ਕਿਲੋਮੀਟਰ ਖੇਤਰਫਲ ਦੇ ਵਿੱਚ ਆਉਂਦਾ ਹੈ। 490 ਕਿਲੋਮੀਟਰ ਸਕੁਏਅਰ ਇਹਦਾ ਏਰੀਆ ਹੈ। ਹਰਾ ਗੈਸ ਪ੍ਰਭਾਵ ਦੀਆਂ ਗੈਸਾਂ ਕਿਹੜੀਆਂ ਹਨ? ਕਿਹੜੀਆਂ ਨੇ ਵੀ? ਕਲੋਰੋਫਲੋਰੋਕਾਰਬਨ, ਕਾਰਬਨ ਡਾਈਆਕਸਾਈਡ, ਮੀਥੇਨ ਅਤੇ ਨਾਈਟ੍ਰੋਜਨ ਡਾਈਆਕਸਾਈਡ। ਇਹਨਾਂ ਦੇ ਵਿੱਚੋਂ ਮੇਨ ਹਰਾ ਗੈਸ ਪ੍ਰਭਾਵ ਜਿਹੜੀ ਮੰਨੀ ਜਾਂਦੀ ਹੈ ਉਹ ਕਿਹੜੀ ਹੁੰਦੀ ਹੈ? ਕਾਰਬਨ ਡਾਈਆਕਸਾਈਡ। ਹੇਠ ਲਿਖਿਆਂ ਵਿੱਚੋਂ ਕਿਹੜਾ ਡੈਸ਼ ਪਾਣੀ ਵਿੱਚ ਘੁਲਣਸ਼ੀਲ ਹੈ? ਕਿਹੜਾ ਵੀ ਪਾਣੀ ਦੇ ਵਿੱਚ ਘੁਲਣਸ਼ੀਲ? ਐਂਥ੍ਰੋਸਾਇਨਿਨ ਪਾਣੀ ਦੇ ਵਿੱਚ ਘੁਲਣਸ਼ੀਲ ਹੈ। ਮੈਦੇ ਵਿੱਚ ਦੁੱਧ ਦਾ ਪਾਚਨ ਕਿਹੜਾ ਪਾਚਕ ਰਸ ਕਰਦਾ ਹੈ? ਕਿਹੜਾ ਕਰਦਾ ਵੀ ਮੈਦੇ ਵਿੱਚ? ਰੈਨਿਨ। ਰੈਨਿਨ ਮੈਦੇ ਵਿੱਚ ਦੁੱਧ ਦਾ ਪਾਚਨ ਕਰਦਾ ਹੈ। ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਕਿਹੜੀ ਹੈ? ਕਿਹੜੀ ਗ੍ਰੰਥੀ ਹੈ ਬੇਟਾ? ਜਿਗਰ ਗ੍ਰੰਥੀ ਹੈ। ਠੀਕ ਹੈ, ਥਾਇਰਾਇਡ ਗ੍ਰੰਥੀ ਹੈ ਜਿਹੜੀ ਥਾਇਰੋਕਸਾਈਨ ਹਾਰਮੋਨ ਦਾ ਨਿਰਮਾਣ ਕਰਦੀ ਹੈ, ਜਿਹੜੀ ਆਇਓਡੀਨ ਦੀ ਘਾਟ ਨੂੰ ਪੂਰਾ ਕਰਦਾ ਹੈ। ਠੀਕ ਹੈ, ਆਇਓਡੀਨ ਕਰਕੇ ਬਣਦਾ ਉਹ ਗਿੱਲੜ ਰੋਗ ਤੋਂ ਬਚਾਅ ਕਰਦੀ ਹੈ। ਠੀਕ ਹੈ, ਪਿਊਟਰੀ ਗ੍ਰੰਥੀ ਦੇ ਵਿੱਚ ਵਾਧਾ ਹਾਰਮੋਨ ਹੁੰਦਾ ਜਿਹੜਾ ਸਰੀਰ ਦੇ ਵਾਧੇ ਲਈ ਜ਼ਰੂਰੀ ਹੁੰਦਾ। ਪਿਊਟਰੀ ਗ੍ਰੰਥੀ ਨੂੰ ਮਾਸਟਰ ਗਲੈਂਡ ਵੀ ਕਿਹਾ ਜਾਂਦਾ। ਠੀਕ ਹੈ ਬੇਟਾ, ਨੋਟ ਕਰ ਲਓ। ਪਿਊਟਰੀ ਗ੍ਰੰਥੀ ਨੂੰ ਮਾਸਟਰ ਗਲੈਂਡ ਵੀ ਕਿਹਾ ਜਾਂਦਾ ਜਾਂ ਮਾਸਟਰ ਗ੍ਰੰਥੀ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹ ਪਿਊਟਰੀ ਗ੍ਰੰਥੀ ਨਾਲ ਸੰਬੰਧਿਤ ਹੈ। ਅੱਗੇ ਹੀਮੋਗਲੋਬਿਨ ਕਿਸ ਵਿੱਚ ਪਾਇਆ ਜਾਂਦਾ ਹੈ? ਹੀਮੋਗਲੋਬਿਨ ਕਿਸ ਵਿੱਚ ਪਾਇਆ ਜਾਂਦਾ ਬੇਟਾ? ਰੀੜ੍ਹ ਧਾਰੀਆਂ ਦੇ ਵਿੱਚ ਹੀਮੋਗਲੋਬਿਨ ਪਾਇਆ ਜਾਂਦਾ ਹੈ। ਅਗਲਾ ਕੁਐਸਚਨ 41 ਨੰਬਰ। ਮਨੁੱਖ ਦੀ ਪਾਚਨ ਨਲੀ ਦੇ ਕਿਹੜੇ ਹਿੱਸੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਚਰਬੀ ਪੂਰੀ ਤਰ੍ਹਾਂ ਪਚ ਜਾਂਦੇ ਹਨ? ਕਿਹਦੇ ਵਿੱਚ ਪਚ ਜਾਂਦੇ ਆ ਬੇਟਾ ਇਹ? ਛੋਟੀ ਆਂਦਰ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਸੈੱਲ ਅੰਗ ਸੈੱਲ ਵੰਡ ਵਿੱਚ ਭਾਗ ਨਹੀਂ ਲੈਂਦਾ? ਕਿਹੜਾ ਨਹੀਂ ਲੈਂਦਾ ਵੀ? ਰਾਈਬੋਸੋਮਸ। ਠੀਕ ਹੈ, ਮਨੁੱਖ ਵਿੱਚ ਸਭ ਤੋਂ ਵੱਡੀ ਅੰਦਰ ਰਸਾਵੀ ਗ੍ਰੰਥੀ ਕਿਹੜੀ ਹੈ? ਅੰਦਰ ਰਸਾਵੀ ਗ੍ਰੰਥੀ ਸਭ ਤੋਂ ਵੱਡੀ ਕਿਹੜੀ ਹੈ? ਥਾਇਰਾਇਡ ਗ੍ਰੰਥੀ ਹੈ। ਠੀਕ ਹੈ ਬੇਟਾ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ 2 ਬੀਜ ਪੱਤਰੀ ਪੌਦਿਆਂ ਲਈ ਸਹੀ ਹੈ? ਕਿਹੜਾ ਹੈ?
ਇਹਨਾਂ ਦੇ ਪੱਤਿਆਂ ਵਿੱਚ ਸਮਾਂਤਰ ਵਹਿਣੀ ਪ੍ਰਣਾਲੀ ਹੁੰਦੀ ਹੈ। ਠੀਕ ਹੈ। ਦੂਜੀ ਆਪਸ਼ਨ ਮੋਨੋਕੋਟ, ਡਾਈਕੋਟ, ਇੱਕ ਬੀਜ ਪੱਤਰੀ ਅਤੇ ਦੋ ਬੀਜ ਪੱਤਰੀ ਤੁਸੀਂ ਇਸ ਸਾਇੰਸ ਦੇ ਵਿੱਚ ਪੜ੍ਹੇ ਹੋਣਗੇ। ਸਾਡੇ ਸਰੀਰ ਵਿੱਚ ਤਾਲਮੇਲ ਨਾਲ ਹੋਣ ਵਾਲੀਆਂ ਹਰਕਤਾਂ ਜਿਵੇਂ ਸਾਈਕਲ ਚਲਾਉਣਾ ਦਿਮਾਗ ਦੇ ਕਿਹੜੇ ਹਿੱਸੇ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ? ਪਿਛਲੇ ਦਿਮਾਗ ਦੇ ਵਿੱਚ ਸੈਰੀਬੈਲਮ ਹੁੰਦਾ, ਉਸ ਦੁਆਰਾ ਇਹ ਸਾਰੀਆਂ ਸੰਤੁਲਨ ਕਹਿ ਲਈਏ ਆਪਾਂ, ਸੰਤੁਲਨ ਨਾਲ ਸੰਬੰਧਿਤ ਸਾਰੀਆਂ ਐਕਟੀਵਿਟੀਜ਼ ਕਿਰਿਆਵਾਂ ਕੰਟਰੋਲ ਕੀਤੀਆਂ ਜਾਂਦੀਆਂ। ਠੀਕ ਹੈ ਵੀ। ਅਨਿਸ਼ਚਿਤ ਕਿਰਿਆਵਾਂ ਹੁੰਦੀਆਂ, ਲਾਰ ਆਉਣਾ, ਉਲਟੀ ਆਉਣਾ, ਠੀਕ ਹੈ, ਉਹ ਕਿਹਦੇ ਦੁਆਰਾ ਕੀਤੀਆਂ ਜਾਂਦੀਆਂ? ਮੈਡੂਲਾ ਦੁਆਰਾ। ਹੇਠ ਲਿਖਿਆਂ ਵਿੱਚੋਂ ਕਿਹੜੇ ਜੋੜੇ ਦਾ ਮੇਲ ਸਹੀ ਨਹੀਂ ਹੈ? ਕਿਸ ਦਾ ਜੋੜ ਸਹੀ ਨਹੀਂ ਹੈ ਵੀ? ਲਿਗਾਮੈਂਟ ਪੀਲਾ ਲਚਕੀਲਾ ਟਿਸ਼ੂ, ਇਹ ਵੀ ਸਹੀ ਹੈ। ਲਸੀਕਾ ਅਤੇ ਲਹੂ ਤਰਲ ਜੋੜਕ ਟਿਸ਼ੂ ਨੇ। ਹੱਡੀ ਪਿੰਜਰ ਜੋੜਕ ਟਿਸ਼ੂ ਹੈ। ਕਾਰਟਿਲੇਜ ਐਡੀਪੋਸ ਜੋੜਕ ਟਿਸ਼ੂ, ਇਹ ਸਟੇਟਮੈਂਟ ਸਹੀ ਨਹੀਂ ਹੈ। ਜਿਹੜਾ ਐਡੀਪੋਸ ਹੈ ਉਹ ਤਾਂ ਸਿਰਫ ਚਰਬੀ ਸਟੋਰ ਕਰਨ ਲਈ ਟਿਸ਼ੂ ਹੁੰਦਾ ਹੈ, ਵਰਤਿਆ ਜਾਂਦਾ। ਮਤਲਬ ਜਿਹੜਾ ਕਾਰਟਿਲੇਜ ਹੈ ਇਹਦਾ ਕੰਮ ਵੱਡਾ ਹੈ, ਇਹ ਠੋਸ ਮੈਟ੍ਰਿਕ ਖੰਡ ਜਾਂ ਪ੍ਰੋਟੀਨ ਅਣੂਆਂ ਤੋਂ ਬਣਦਾ ਹੈ। ਹੱਡੀ ਦੀ ਸਤ੍ਹਾ 'ਤੇ ਇਹ ਜੋੜਾਂ ਨੂੰ ਪੱਧਰਾ ਰੱਖਦਾ ਹੈ। ਠੀਕ ਹੈ। ਆਮ ਤੌਰ 'ਤੇ ਇਹ ਪਾਇਆ ਜਾਂਦਾ ਨੱਕ, ਕੰਨ, ਸਾਹ ਨਾਲੀ, ਕੰਠ ਵਿੱਚ ਇਹ ਹੁੰਦਾ ਹੈ। ਠੀਕ ਹੈ ਬੇਟਾ। ਤਾਂ ਇਹ ਇਹਦੇ ਲਈ ਕਿਹੜੀ ਆਪਸ਼ਨ ਆਊਗੀ? ਦੂਜੀ। ਵੱਧ ਉਚਾਈ 'ਤੇ ਜਾਣ ਨਾਲ RBC ਰੈੱਡ ਬਲੱਡ ਸੈੱਲ, ਠੀਕ ਹੈ, ਲਾਲ ਰਕਤਾਣੂ ਖੂਨ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਪਹਾੜਾਂ 'ਤੇ ਆਕਸੀਜਨ ਦੀ ਘਾਟ ਹੁੰਦੀ ਹੈ। ਜਦੋਂ ਸਾਡੇ ਦਿਲ ਦਾ ਸੱਜਾ ਵੈਂਟਰੀਕਲ ਸੁੰਗੜਦਾ ਹੈ ਤਾਂ ਖੂਨ ਕਿੱਥੇ ਜਾਂਦਾ? ਕਿੱਥੇ ਜਾਂਦਾ ਵੀ? ਕਿੱਥੇ ਜਾਂਦਾ ਹੈ? ਫੇਫੜਿਆਂ ਦੇ ਵਿੱਚ। ਆਕਸੀਜਨ ਲੈਣ ਲਈ ਫੇਫੜਿਆਂ ਦੇ ਵਿੱਚ ਖੂਨ ਚਲਾ ਜਾਂਦਾ ਹੈ। ਠੀਕ ਹੈ ਬੇਟਾ। ਦੂਜੇ, ਪ੍ਰਤੀਵਰਤੀ ਕਿਰਿਆ ਨੂੰ ਕਿਹੜਾ ਅੰਗ ਕਾਬੂ ਕਰਦਾ ਹੈ? ਕਾਫੀ ਇੰਪੋਰਟੈਂਟ ਆ। ਕਿਹੜਾ ਅੰਗ ਕਾਬੂ ਕਰਦਾ ਹੈ? ਸੁਖੂਣਾ ਨਾੜੀ। ਤੇਜ਼ਾਬੀ ਮੀਂਹ ਹੇਠ ਲਿਖਿਆਂ ਵਿੱਚੋਂ ਕਿਸ ਦੀ ਸੰਘਣਤਾ ਵਿੱਚ ਵਾਧੇ ਤੋਂ ਹੁੰਦਾ ਹੈ? ਤੇਜ਼ਾਬੀ ਮੀਂਹ ਕਿਸ ਦੇ ਵਾਧੇ ਤੋਂ ਹੁੰਦਾ ਹੈ? ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਦੇ ਜੋ ਵਾਯੂਮੰਡਲ ਦੇ ਵਿੱਚ ਸੰਘਣੀਆਂ ਹੋ ਜਾਂਦੀਆਂ ਉਦੋਂ ਸਲਫਿਊਰਿਕ ਅਮਲ, ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਬਣ ਜਾਂਦੇ ਹਨ ਅਤੇ ਇਹੀ ਮੀਂਹ ਦੇ ਵਿੱਚ ਐਜ਼ ਆ ਤੇਜ਼ਾਬ ਦੇ ਰੂਪ ਦੇ ਵਿੱਚ ਧਰਤੀ 'ਤੇ ਡਿੱਗਦੇ ਨੇ। ਸਲਫਿਊਰਿਕ ਅਮਲ ਅਤੇ ਨਾਈਟ੍ਰਿਕ ਅਮਲ। ਠੀਕ ਹੈ ਬੇਟਾ। ਉਦੋਂ ਅੱਗੇ ਆਪਾਂ ਕੁਛ ਹੋਰ ਡਿਸਕਸ ਕਰਦੇ ਹਾਂ। ਕਿਸਮਾਂ ਨੇ ਜਿਹੜੀਆਂ ਸੰਜੀਵਾਂ ਵਿੱਚ ਵਿਭਿੰਨਤਾ, ਉਹਦੇ ਨਾਲ ਸੰਬੰਧਿਤ ਕੁਐਸਚਨ ਨੇ। ਪ੍ਰੋਟੀਸਟਾ ਵਿੱਚ ਸ਼ਾਮਲ ਹੈ ਜਿਹੜਾ ਪ੍ਰੋਟੀਸਟਾ ਦੇ ਵਿੱਚ ਆਉਂਦਾ ਹੈ? ਕਿਹੜਾ ਆਉਂਦਾ ਬੇਟਾ ਇਹਨਾਂ ਦੇ ਵਿੱਚੋਂ? ਅਮੀਬਾ ਪ੍ਰੋਟੀਸਟਾ ਦੇ ਵਿੱਚ ਆਉਂਦਾ ਹੈ ਕਿਉਂਕਿ ਇਹ ਇੱਕ ਸੈਲੀ ਜੀਵ ਵੀ ਹੈ, ਯੂਕੈਰੀਓਟਿਕ ਵੀ ਹੈ, ਸਵੈਪੋਸ਼ੀ ਹੈ ਅਤੇ ਪਰਪੋਸ਼ੀ ਦੋਨੇ ਤਰ੍ਹਾਂ ਦੇ ਹੋ ਸਕਦੇ ਨੇ ਇਹ। ਠੀਕ ਹੈ। ਇਹਦੇ ਵਿੱਚ ਕੇਂਦਰਕ ਵੀ ਹੁੰਦਾ ਹੈ। ਠੀਕ ਹੈ। ਹੋਰ ਐਗਜ਼ਾਮਪਲਾਂ ਕਿਹੜੀਆਂ ਨੇ ਵੀ ਇਹਦੇ ਵਿੱਚ? ਪੈਰਾਮੀਸ਼ੀਅਮ ਜੁਗਲੀਨਾ ਵੀ ਪ੍ਰੋਟੀਸਟਾ ਦੇ ਵਿੱਚ ਸ਼ਾਮਲ ਹਨ। ਠੀਕ ਹੈ ਬੇਟਾ। ਫੰਜਾਈ ਦੀ ਉਦਾਹਰਨ ਹੈ? ਇਹ ਸਾਰੇ ਐਸਪਰਜੀਲਸ, ਪੈਨਸੀਲੀਅਮ, ਐਗਰੀਕਸ, ਠੀਕ ਹੈ, ਇਹ ਸਾਰੇ ਹੀ ਫੰਜਾਈ ਦੀਆਂ ਉਦਾਹਰਨਾਂ ਹਨ। ਇਹਦੇ ਲਈ ਲਾਸਟ ਆਪਸ਼ਨ ਸਹੀ ਬਣੂਗੀ। ਇਹ ਕਿਹੜੇ ਹੁੰਦੇ ਨੇ ਵੀ ਫੰਜਾਈ? ਇਹ ਪਰਪੋਸ਼ੀ ਕਿਸਮ ਦੇ ਯੂਕੈਰੀਓਟਿਕ ਜੀਵ ਹੁੰਦੇ ਨੇ। ਠੀਕ ਹੈ। ਜਿਹੜੇ ਪ੍ਰੋਟੀਸਟਾ ਨੇ ਉਹ ਦੋਨੋਂ ਤਰ੍ਹਾਂ ਦੇ ਹੋ ਸਕਦੇ ਨੇ, ਸਵੈਪੋਸ਼ੀ ਅਤੇ ਪਰਪੋਸ਼ੀ, ਪਰ ਜਿਹੜੇ ਫੰਜਾਈ ਕਿਸਮ ਦੇ ਜੀਵ ਹੁੰਦੇ ਨੇ ਉਹ ਪਰਪੋਸ਼ੀ ਹੁੰਦੇ ਨੇ। ਇਹਨਾਂ ਨੂੰ ਮ੍ਰਿਤ ਜੀਵੀ ਵੀ ਬੋਲਿਆ ਜਾਂਦਾ। ਕਿਉਂ ਬੋਲਿਆ ਜਾਂਦਾ? ਕਿਉਂਕਿ ਇਹ ਗਲੇ ਸੜੇ ਪਦਾਰਥਾਂ ਨੂੰ ਆਪਣੇ ਭੋਜਨ ਵਜੋਂ ਵਰਤਦੇ ਨੇ। ਵੈਸੇ ਇਹਨਾਂ ਦਾ ਸਰੀਰ ਇੱਕ ਸੈਲੀ ਹੁੰਦਾ ਪਰ ਇਹ ਕਿਸੇ ਵੀ ਸਮੇਂ ਬਹੁਤ ਸੈਲੀ ਬਣ ਸਕਦੇ ਹਨ। ਬਹੁਤ ਸੈਲੀ ਬਣਨ ਦੀ ਸਮਰੱਥਾ ਇਹਨਾਂ ਵਿੱਚ ਹੁੰਦੀ ਹੈ। ਅਗਲਾ ਕੁਐਸਚਨ, ਥੈਲੋਫਾਈਟਾ ਦੀ ਉਦਾਹਰਨ ਹੈ? ਜੂਲੋਥ੍ਰਿਕਸ, ਸਪਾਇਰੋਗੈਰਾ, ਕਾਰਾ, ਸਾਰੇ ਥੈਲੋਫਾਈਟਾ ਦੀਆਂ ਇਹ ਸਾਰੀਆਂ ਹੀ ਉਦਾਹਰਨਾਂ ਹਨ। ਥੈਲੋਫਾਈਟਾ ਬਾਰੇ ਮੈਂ ਤੁਹਾਨੂੰ ਦੱਸਦਾ। ਠੀਕ ਹੈ। ਇਹ ਕਿਹੜੇ ਹੁੰਦੇ ਨੇ? ਇਹਨਾਂ ਵਿੱਚ ਸਰੀਰਕ ਸੰਰਚਨਾ ਵਿੱਚ ਕੋਈ ਵਿਭੇਦਨ ਨਹੀਂ ਹੁੰਦਾ, ਮਤਲਬ ਇੱਕੋ ਜਿਹੀ ਸਰੀਰਕ ਸੰਰਚਨਾ ਲੱਗਦੀ ਹੈ, ਅਲੱਗ ਦਾ ਕੋਈ ਇਹਨਾਂ ਦੀ ਸਰੀਰਕ ਸੰਰਚਨਾ ਦੇ ਵਿੱਚ ਨਹੀਂ ਦਿੰਦਾ। ਠੀਕ ਹੈ। ਇਹਨਾਂ ਨੂੰ ਆਮ ਤੌਰ 'ਤੇ ਕਾਈ ਵੀ ਕਿਹਾ ਜਾਂਦਾ। ਠੀਕ ਹੈ। ਐਲਗੀ ਵੀ ਕਿਹਾ ਜਾਂਦਾ ਇਹਨੂੰ, ਅਤੇ ਇਹ ਪਾਣੀ ਦੇ ਵਿੱਚ ਮਿਲਦੇ ਹਨ, ਪਾਣੀ ਦੇ ਵਿੱਚ ਪਾਏ ਜਾਂਦੇ ਹਨ। ਨੈਕਸਟ ਕੁਐਸਚਨ,
ਬ੍ਰਾਇਓਫਾਈਟਾ ਦੀ ਉਦਾਹਰਨ ਹੈ ਮੌਸ, ਮੌਰਕੈਸ਼ੀਆ, ਦੋਨੇ ਹੀ ਬ੍ਰਾਇਓਫਾਈਟਾ ਦੀਆਂ ਉਦਾਹਰਨਾਂ ਹਨ। ਇਹਦੇ ਲਈ ਮੋਸਟ ਇੰਪੋਰਟੈਂਟ ਗੱਲ ਇਹ ਹੈ ਵੀ ਇਹਨਾਂ ਨੂੰ ਪੌਦੇ ਦੇ ਜਲ ਥਲੀ ਜਾਂ ਜਲੀ ਥਲੀ ਜੀਵ ਵੀ ਕਿਹਾ ਜਾਂਦਾ ਹੈ। ਠੀਕ ਹੈ, ਪੌਦੇ ਜਗਤ ਦੇ ਜਲੀ ਥਲੀ ਜੀਵ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਇਸ ਵਰਗ ਵਿੱਚ ਪੌਦਾ ਸਰੀਰ ਤਣੇ ਅਤੇ ਪੱਤਿਆਂ ਵਰਗੀ ਸੰਰਚਨਾ ਵਿੱਚ ਵਿਭਾਜਿਤ ਹੁੰਦਾ ਹੈ। ਉਹ ਆਪਾਂ ਪਹਿਲਾਂ ਵੀ ਪੜ੍ਹਿਆ ਸੀ, ਇਹ ਗੱਲ ਆਪਾਂ ਪਹਿਲਾਂ ਇਹਨਾਂ ਬਾਰੇ ਕੀ ਪੜ੍ਹੀ ਸੀ ਬੇਟਾ। ਇਸ ਵਿੱਚ ਪਾਣੀ ਅਤੇ ਹੋਰ ਖਣਿਜਾਂ ਦੀ ਢੋਆ ਢੁਆਈ ਲਈ ਕੋਈ ਵਿਸ਼ੇਸ਼ ਟਿਸ਼ੂ ਨਹੀਂ ਹੁੰਦੇ। ਠੀਕ ਹੈ ਬੇਟਾ। ਜਿਮਨੋਸਪਰਮ ਦੀ ਉਦਾਹਰਨ ਹੈ ਪਾਇਨ ਅਤੇ ਦਿਓਦਾਰ ਦੋਨੇ ਹੀ ਜਿਮਨੋਸਪਰਮ ਦੀ ਉਦਾਹਰਨ ਹੈ। ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਜਿਮਨੋਸਪਰਮ ਬਾਰੇ। ਠੀਕ ਹੈ, ਜਿਮਨੋਸਪਰਮ ਜਿਵੇਂ ਪਹਿਲਾਂ ਟਰਾਈਡੋਫਾਈਟਾ ਦੀ ਕਿਸਮ ਆਉਂਦੀ ਹੈ ਇੱਕ। ਠੀਕ ਹੈ, ਫੈਨੀਰੋਗੇਮੀ, ਉਹਦੇ ਵਿੱਚ ਦੋ ਆਉਂਦੇ ਨੇ ਇਹ ਜਿਮਨੋਸਪਰਮ ਅਤੇ ਐਂਜੀਓਸਪਰਮ। ਠੀਕ ਹੈ, ਜਿਹੜੇ ਐਂਜੀਓਸਪਰਮ ਹੁੰਦੇ ਨੇ ਉਹਨਾਂ ਦੇ ਜਿਹੜੇ ਬੀਜ ਆ ਉਹ ਢਕੇ ਹੋਏ ਹੁੰਦੇ ਨੇ, ਮਤਲਬ ਫੁੱਲਾਂ ਵਾਲੇ ਪੌਦੇ ਹੁੰਦੇ ਨੇ। ਉਹਨਾਂ ਦੇ ਵਿੱਚੋਂ ਐਂਜੀਓਸਪਰਮ ਦੇ ਵਿੱਚੋਂ ਹੀ ਅੱਗੇ ਫੁੱਲਾਂ ਵਾਲੇ ਪੌਦੇ ਨਿਕਲਦੇ ਆ। ਫੁੱਲਾਂ ਵਾਲੇ ਪੌਦਿਆਂ ਦੇ ਵਿੱਚੋਂ ਦੋ ਤਰ੍ਹਾਂ ਦੇ ਨਿਕਲਦੇ ਨੇ, ਮੋਨੋਕੋਟ ਅਤੇ ਡਾਈਕੋਟ, ਮਤਲਬ ਇੱਕ ਬੀਜ ਪੱਤਰੀ ਅਤੇ ਦੋ ਬੀਜ ਪੱਤਰੀ। ਦੂਜੀ ਟਰਮ ਆਪਣੀ ਹੈਗੀ ਜਿਮਨੋਸਪਰਮ। ਜਿਮਨੋਸਪਰਮ ਦੇ ਵਿੱਚ ਉਹ ਪੌਦੇ ਆਉਂਦੇ ਆ ਜਿਨ੍ਹਾਂ ਦੇ ਬੀਜ ਅਣਢਕੇ ਹੁੰਦੇ ਨੇ ਜਾਂ ਨੰਗੇ ਬੀਜ ਉਹਨਾਂ ਨੂੰ ਬੋਲਦੇ ਨੇ। ਇਹ ਹਰ ਮੌਸਮ ਦੇ ਵਿੱਚ ਪਾਏ ਜਾਂਦੇ ਆ, ਮਤਲਬ ਸਦਾਬਹਾਰ ਹੁੰਦੇ ਨੇ ਇਹ, ਅਤੇ ਲੱਕੜੀ ਨੁਮਾ ਪੌਦੇ ਹੁੰਦੇ ਨੇ। ਠੀਕ ਹੈ, ਇਹਦੀਆਂ ਉਦਾਹਰਨਾਂ ਨੇ ਦਿਓਦਾਰ, ਪਾਈਨ ਇਹਦੀਆਂ ਉਦਾਹਰਨਾਂ। ਅਗਲਾ ਕੁਐਸਚਨ, ਪੋਰੀਫੇਰਾ ਵਿੱਚ ਸ਼ਾਮਿਲ ਨਹੀਂ ਹੈ ਵੀ ਕਿਹੜਾ ਇਹਨਾਂ ਦੇ ਵਿੱਚ ਸ਼ਾਮਿਲ ਨਹੀਂ ਹੈ। ਦੇਖੋ ਇਹ ਵੀ ਪੋਰੀਫੇਰਾ ਸ਼ਾਮਿਲ ਹੈ, ਸਾਈਕਨ, ਸਪਿੰਜਲਾ, ਇਹ ਸਾਰੇ ਸ਼ਾਮਿਲ ਹਨ। ਹਾਈਡਰਾ ਜਿਹੜਾ ਉਹ ਪੋਰੀਫੇਰਾ ਵਿੱਚ ਸ਼ਾਮਿਲ ਨਹੀਂ ਹੈ। ਕਿਹਦੇ ਵਿੱਚ ਸ਼ਾਮਿਲ ਆ ਵੀ ਇਹ, ਇਹਦੇ ਲਈ ਇੱਕ ਹੋਰ ਵਰਗ ਹੈ ਸਿਲੈਂਟਰੇਟਾ ਦੇ ਵਿੱਚ ਸ਼ਾਮਿਲ ਹੈ ਇਹ। ਠੀਕ ਹੈ, ਇਹ ਪੋਰੀਫੇਰਾ ਵਿੱਚ ਨਹੀਂ ਆਉਂਦਾ। ਪੋਰੀਫੇਰਾ ਕਿਹੜੇ ਜੀਵ ਹੁੰਦੇ ਆ ਬੇਟਾ, ਇਹਨਾਂ ਦਾ ਸਰੀਰ ਆ ਜਿਹੜਾ ਉਹ ਮਸਾਮਦਾਰ ਸਰੀਰ ਹੁੰਦਾ। ਮਸਾਮਦਾਰ ਸਰੀਰ ਵਾਲੇ ਜੰਤੂ ਹੁੰਦੇ ਨੇ ਇਹ ਚੱਲ ਫਿਰ ਨਹੀਂ ਸਕਦੇ। ਠੀਕ ਹੈ, ਸਗੋਂ ਠੋਸ ਆਧਾਰ ਨਾਲ ਜੁੜੇ ਹੁੰਦੇ ਨੇ। ਇਹਨਾਂ ਦਾ ਕੋਈ ਆਧਾਰ ਹੁੰਦਾ ਠੋਸ, ਉਹਦੇ ਨਾਲ ਜੁੜੇ ਹੁੰਦੇ ਆ, ਇਸ ਕਰਕੇ ਇਹ ਚੱਲ ਫਿਰ ਨਹੀਂ ਸਕਦੇ। ਇਹਨਾਂ ਦੇ ਪੂਰੇ ਸਰੀਰ 'ਤੇ ਮਸ਼ਾਮ ਜਾਂ ਛੇਕ ਹੁੰਦੇ ਹਨ ਜੋ ਅੱਗੇ ਨਾੜੀ ਸਿਸਟਮ ਦੇ ਵਿੱਚ ਖੁੱਲ੍ਹਦੇ ਹਨ। ਅਗਲਾ ਸਿਲੈਂਟਰੇਟਾ ਦੀ ਉਦਾਹਰਨ ਦੱਸਣੀ ਆਪਾਂ ਕਿਹੜੀ ਹੈ, ਇਹ ਤਾਂ ਆਪਾਂ ਪਹਿਲਾਂ ਹੀ ਕਰਕੇ ਹਟੇ ਹਾਂ। ਅਗਲੇ ਕੁਐਸਚਨ ਦੇ ਇਸੇ ਜੀ ਪੋਰੀਫੇਰਾ ਵਾਲੇ 'ਚ ਕਿਹੜੀ ਉਦਾਹਰਨ ਬੇਟਾ, ਹਾਈਡਰਾ। ਠੀਕ ਹੈ, ਹਾਈਡਰਾ ਸਿਲੈਂਟਰੇਟਾ ਦੀ ਉਦਾਹਰਨ ਹੈ। ਆਹ ਤਿੰਨੇ ਸਾਈਕਨ, ਸਪਿੰਜਲਾ, ਜੁਪਲੈਕਟਲਾ ਇਹ ਕਿਹਦੀਆਂ ਉਦਾਹਰਨਾਂ ਹਨ, ਪੋਰੀਫੇਰਾ ਦੀਆਂ ਉਦਾਹਰਨਾਂ ਹਨ। ਅੱਛਾ, ਜਿਹੜੇ ਸਿਲੈਂਟਰੇਟਾ ਇਹ ਕਿਹੜੇ ਜੀਵ ਹੁੰਦੇ ਨੇ, ਇਹ ਜਲੀ ਜੀਵ ਹੁੰਦੇ ਨੇ, ਮਤਲਬ ਪਾਣੀ ਦੇ ਵਿੱਚ ਇਹ ਮਿਲਦੇ ਨੇ। ਇਹਨਾਂ ਦਾ ਸਰੀਰਕ ਸੰਗਠਨ ਟਿਸ਼ੂ ਪੱਧਰ ਦਾ ਹੁੰਦਾ, ਟਿਸ਼ੂਆਂ ਤੋਂ ਮਿਲ ਕੇ ਸਰੀਰ ਬਣਦਾ ਇਹਨਾਂ ਦਾ। ਇਹਨਾਂ ਦਾ ਸਰੀਰ ਦੋ ਤਹਿਆਂ ਵਿੱਚ ਢਕਿਆ ਹੁੰਦਾ ਅਤੇ ਇਹਨਾਂ ਦੇ ਵਿੱਚ ਅੰਦਰੂਨੀ ਖੋੜ ਹੁੰਦੀ ਹੈ। ਇੱਕ ਬਾਹਰੀ ਸਤ੍ਹਾ, ਦੋ ਸਤਹਾਂ ਹੁੰਦੀਆਂ ਨੇ, ਇੱਕ ਬਾਹਰੀ ਸਤ੍ਹਾ, ਇੱਕ ਅੰਦਰੂਨੀ ਸਤ੍ਹਾ। ਠੀਕ ਹੈ, ਜਿਹੜੀ ਅੰਦਰੂਨੀ ਸਤ੍ਹਾ ਹੈ ਉਹ ਇਹਨਾਂ ਦੇ ਅੰਦਰੂਨੀ ਖੋੜ ਨੂੰ ਢੱਕਦੀ ਹੈ। ਠੀਕ ਹੈ, ਇਹਦੀ ਐਗਜ਼ਾਮਪਲ ਕੀ ਹੈ ਬੇਟਾ, ਇੱਕ ਤਾਂ ਐਗਜ਼ਾਮਪਲ ਇਹਦੀ ਕੀ ਹੈ, ਹਾਈਡਰਾ। ਅਗਲਾ ਕੁਐਸਚਨ ਦੇਖੋ ਬੇਟਾ, ਪਲੈਟੀਹੈਲਮਿਨਥ ਵਿੱਚ ਸ਼ਾਮਿਲ ਨਹੀਂ ਹੈ। ਇਹਨਾਂ ਵਿੱਚੋਂ ਆਪਾਂ ਦੱਸਣਾ ਵੀ ਕਿਹੜਾ ਇਹਦੇ ਵਿੱਚ ਸ਼ਾਮਿਲ ਨਹੀਂ ਹੈ। ਦੇਖੋ ਪਲੇਨੇਰੀਆ ਇਹ ਵੀ ਹੈ, ਲਿਵਰ ਫਲੂਕ ਇਹ ਵੀ ਆਉਂਦਾ, ਟੇਪਵਰਮ ਵੀ ਆਉਂਦਾ। ਜਿਹੜਾ ਐਸਕੇਰਸ ਹੈ ਇਹ ਪਲੈਟੀਹੈਲਮਿਨਥ ਦੇ ਵਿੱਚ ਸ਼ਾਮਿਲ ਨਹੀਂ ਹੈ। ਠੀਕ ਹੈ, ਜਿਹੜੇ ਪਲੈਟੀਹੈਲਮਿਨਥ ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਆਊਗੀ ਐਸਕੇਰਸ। ਜਿਹੜੇ ਪਲੈਟੀਹੈਲਮਿਨਥ ਹੁੰਦੇ ਨੇ ਬੇਟਾ ਇਹਨਾਂ ਦੀ ਸਰੀਰਕ ਸੰਰਚਨਾ ਜਿਹੜੀ ਉਹ ਸਰਲ ਨਹੀਂ ਹੁੰਦੀ, ਮਤਲਬ ਜਟਿਲ ਹੁੰਦੀ ਹੈ। ਦੋ ਪਾਸੀ ਸਮਮਿਤੀ ਸਰੀਰਕ ਸੰਰਚਨਾ ਹੁੰਦੀ ਹੈ। ਅੰਦਰੂਨੀ ਖੋੜ ਆ ਜਿਹੜੀ ਸਿਲੈਂਟਰੇਟਾ ਦੀ ਤਰ੍ਹਾਂ ਇਹਨਾਂ ਦੇ ਵਿੱਚ ਨਹੀਂ ਹੁੰਦੀ। ਸਰੀਰ ਆ ਜਿਹੜਾ ਉੱਪਰ ਤੋਂ ਹੇਠਾਂ ਤੱਕ ਚਪਟਾ ਹੁੰਦਾ ਹੈ। ਨੈਮਾਟੋਡਾ ਦੀ ਉਦਾਹਰਨ ਹੈ, ਇਹਨਾਂ ਵਿੱਚੋਂ ਆਪਾਂ ਦੱਸਣਾ ਵੀ ਨੈਮਾਟੋਡਾ ਦੀ ਉਦਾਹਰਨ ਕਿਹੜੀ ਹੈ। ਇਹੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਇਹ ਐਸਕੇਰਸ। ਠੀਕ ਹੈ, ਇਹ ਨੈਮਾਟੋਡਾ ਦੀ ਹੀ ਉਦਾਹਰਨ ਹੈ। ਠੀਕ ਹੈ, ਨੈਮਾਟੋਡਾ ਕਿਹੜੇ ਨੇ ਬੇਟਾ, ਇਹ ਵੀ ਤ੍ਰਿਕੋਰਕ ਦੋ ਪਾਸੀ ਸਮਮਿਤੀ ਵਾਲੇ ਹੁੰਦੇ ਨੇ। ਇਹਨਾਂ ਦਾ ਸਰੀਰ ਆ ਜਿਹੜਾ ਚਪਟਾ ਨਹੀਂ ਹੁੰਦਾ, ਪਲੈਟੀਹੈਲਮਿਨਥ ਵਾਂਗੂ ਬੇਲਣਾਕਾਰ ਹੁੰਦਾ ਹੈ। ਠੀਕ ਹੈ, ਇਹਦੀ ਇੱਕ ਹੋਰ ਵੀ ਉਦਾਹਰਨ ਹੈ। ਠੀਕ ਹੈ, ਉਹ ਵੀ ਕਈ ਵਾਰੀ ਪੁੱਛ ਲੈਂਦੇ ਨੇ, ਬੁਚੇਰੀਆ। ਠੀਕ ਹੈ,
ਇਹ ਵੀ ਇਹਦੀ ਉਦਾਹਰਨ ਹੈ ਨੈਮਾਟੋਡਾ ਦੀ। ਐਨੀਲੀਡਾ ਦੀ ਉਦਾਹਰਨ ਹੈ। 10ਵਾਂ ਕੁਐਸਚਨ, ਗੰਡੋਆ ਅਤੇ ਜੋਕ ਦੋਵੇਂ ਐਨੀਲੀਡਾ ਦੀਆਂ ਉਦਾਹਰਨਾਂ ਹਨ। ਐਨੀਲੀਡਾ ਕਿਹੜੇ ਹੁੰਦੇ ਨੇ ਵੀ ਤ੍ਰਿਕੋਣਕ ਦੋ ਪਾਸੀ ਸਮਮਿਤੀ ਵਾਲੇ। ਅਸਲ ਦੇਹ ਖੋੜ ਹੁੰਦੀ ਹੈ, ਸਰੀਰ ਉੱਪਰ ਤੋਂ ਹੇਠਾਂ ਵੱਲ ਖੰਡਾਂ ਦੇ ਵਿੱਚ ਐਂ ਲੱਗਦਾ ਜਿਵੇਂ ਟੁਕੜਿਆਂ ਦੇ ਵਿੱਚ ਵੰਡਿਆ ਹੋਵੇ। ਠੀਕ ਹੈ, ਇਹ ਕਿੱਥੇ ਪਾਏ ਜਾਂਦੇ ਨੇ? ਤਾਜ਼ੇ ਪਾਣੀ, ਲੂਣ ਵਾਲੇ ਪਾਣੀ ਅਤੇ ਸਮੁੰਦਰਾਂ ਦੇ ਵਿੱਚ ਜ਼ਿਆਦਾਤਰ, ਸਮੁੰਦਰੀ ਪਾਣੀ ਜਾਂ ਧਰਤੀ 'ਤੇ ਇਹ ਪਾਏ ਜਾਂਦੇ ਹਨ। ਆਰਥਰੋਪੋਡਾ ਵਿੱਚ ਸ਼ਾਮਲ ਹੈ। ਮੱਕੜੀ, ਕਾਕਰੋਚ, ਘਰੇਲੂ ਮੱਖੀ ਇਹ ਸਾਰੇ ਹੀ ਆਰਥਰੋਪੋਡਾ ਦੇ ਵਿੱਚ ਸ਼ਾਮਲ ਹਨ, ਆਰਥਰੋਪੋਡਾ ਦੇ ਵਿੱਚ ਸ਼ਾਮਲ ਹਨ। ਠੀਕ ਹੈ ਬੇਟਾ, ਇਹ ਜਿਹੜਾ ਇਹ ਜੰਤੂਆਂ ਦਾ ਸਭ ਤੋਂ ਵੱਡਾ ਵਰਗ ਹੈ, ਮਤਲਬ ਜ਼ਿਆਦਾਤਰ ਜੰਤੂ ਇਸ ਵਰਗ ਦੇ ਵਿੱਚ ਪਾਏ ਜਾਂਦੇ ਨੇ। ਦੋ ਪਾਸੇ ਸਮਮਿਤੀ ਹੁੰਦੀ ਹੈ ਇਹਨਾਂ ਦੇ ਵਿੱਚ ਵੀ। ਠੀਕ ਹੈ, ਇਹਨਾਂ ਦੇ ਵਿੱਚ ਜਿਹੜਾ ਖੂਨ ਆ ਉਹ ਲਹੂ ਵਹਿਣੀਆਂ ਦੇ ਵਿੱਚ ਨਹੀਂ ਵਹਿੰਦਾ। ਠੀਕ ਹੈ, ਦੇਹ ਖੋੜ ਹੁੰਦੀ ਆ ਉਹਦੇ ਵਿੱਚ ਖੁੱਲ੍ਹਾ ਹੀ ਖੂਨ ਇਹਨਾਂ ਦੇ ਵਿੱਚ ਵਹਿੰਦਾ ਹੈ, ਅਤੇ ਇਹਨਾਂ ਦੀਆਂ ਲੱਤਾਂ ਜਿਹੜੀਆਂ ਜੋੜਦਾਰ ਹੁੰਦੀਆਂ, ਜੋੜਿਆਂ ਦੇ ਵਿੱਚ ਹੁੰਦੀਆਂ। ਮੱਕੜੀ, ਕਾਕਰੋਚ, ਘਰੇਲੂ ਮੱਖੀ ਇਹਦੇ ਵਿੱਚ ਆਉਂਦੇ ਨੇ। ਮੋਲਸਕਾ ਵਿੱਚ ਸ਼ਾਮਲ ਹੈ। ਘੋਗਾ, ਸਿੱਪੀ, ਆਕਟੋਪਸ ਇਹ ਸਾਰੇ ਮੋਲਸਕਾ ਦੇ ਵਿੱਚ ਆਉਂਦੇ ਨੇ। ਠੀਕ ਹੈ ਬੇਟਾ, ਇਹ ਸਾਰੇ ਹੀ ਮੋਲਸਕਾ ਦੇ ਵਿੱਚ ਆਉਂਦੇ ਨੇ। ਇਹਨਾਂ ਦਾ ਸਰੀਰ ਕਿਹੋ ਜਿਹਾ ਹੁੰਦਾ? ਦੋ ਪਾਸੀ ਸਮਮਿਤੀ ਹੁੰਦੀ ਆ, ਮਤਲਬ ਦੋਨੋਂ ਪਾਸੇ ਇੱਕੋ ਜਿਹਾ ਸਰੀਰ ਹੁੰਦਾ। ਦੇਹ ਖੋੜ ਬਹੁਤ ਛੋਟੀ ਹੁੰਦੀ ਹੈ, ਸਰੀਰ ਘੱਟ ਖੰਡਿਤ ਹੁੰਦਾ। ਠੀਕ ਹੈ, ਜਿਵੇਂ ਐਨੀਲੀਡਾ ਦੇ ਵਿੱਚ ਬਹੁਤ ਜ਼ਿਆਦਾ ਖੰਡਿਤ ਹੁੰਦਾ ਸੀ, ਇਹਦੇ ਵਿੱਚ ਘੱਟ ਖੰਡਿਤ ਹੁੰਦਾ। ਖੁੱਲ੍ਹੀ ਸੰਚਾਰ ਪ੍ਰਣਾਲੀ ਹੁੰਦੀ ਹੈ ਅਤੇ ਮਲ ਤਿਆਗ ਲਈ, ਖੁੱਲ੍ਹੀ ਸੰਚਾਰ ਪ੍ਰਣਾਲੀ ਅਤੇ ਮਲ ਤਿਆਗ ਲਈ ਇਹਨਾਂ ਵਿੱਚ ਗੁਰਦੇ ਵਰਗੀਆਂ ਰਚਨਾਵਾਂ ਹੁੰਦੀਆਂ ਨੇ। ਠੀਕ ਹੈ, ਇੱਕ ਪੈਰ ਵਰਗੀ ਰਚਨਾ ਸਰੀਰ ਦੀ ਹਿਲਜੁਲ ਵਾਸਤੇ ਇਹਨਾਂ ਦੇ ਵਿੱਚ ਹੁੰਦੀ ਹੈ। ਪੰਜ ਜਗਤ ਵਾਲੇ ਜਿਹੜੇ ਵਰਗੀਕਰਨ ਸੀ ਉਹ ਕਿਸ ਨੇ ਕੀਤਾ ਸੀ? ਇਹ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਹਨੇ ਕੀਤਾ ਸੀ ਵੀ? ਵਿਟਾਕਰ ਨੇ ਜਾਂ ਵਿਟੇਕਰ ਨੇ। ਠੀਕ ਹੈ, ਸਭ ਤੋਂ ਨੀਵੀਂ ਸ਼੍ਰੇਣੀ ਦੇ ਜੀਵ ਹਨ ਕਿਹੜੇ ਨੇ ਵੀ? ਮੁਨੀਰਾ ਸਭ ਤੋਂ ਨੀਵੀਂ ਸ਼੍ਰੇਣੀ ਦੇ ਜੀਵ ਹਨ। ਸਪੀਸੀਜ਼ ਸ਼ਬਦ ਕਿਸ ਦੀ ਦੇਣ ਹੈ? ਇਹ ਆਪਾਂ ਦੱਸਣਾ ਵੀ ਕਿਹਨੇ ਦਿੱਤਾ ਸੀ? ਜੌਹਨ ਡਾਰਵਿਨ ਨੇ ਇਹ ਸ਼ਬਦ ਦਿੱਤਾ ਸੀ। ਬੈਕਟੀਰੀਆ ਵਿੱਚ ਪੌਦਿਆਂ ਵਾਂਗ ਡੈਸ਼ ਨਹੀਂ ਹੁੰਦਾ। ਕੀ ਨਹੀਂ ਹੁੰਦਾ? ਇੱਕ ਵਿਕਸਿਤ ਨਿਊਕਲੀਅਸ ਨਹੀਂ ਹੁੰਦਾ। ਪ੍ਰਤੀ ਜੈਵਿਕ ਦਵਾਈਆਂ ਜ਼ਿਆਦਾਤਰ ਡੈਸ਼ ਤੋਂ ਪ੍ਰਾਪਤ ਹੁੰਦੀਆਂ ਹਨ। ਕਿਸ ਤੋਂ ਪ੍ਰਾਪਤ ਹੁੰਦੀਆਂ ਬੇਟਾ? ਪ੍ਰਤੀ ਜੈਵਿਕ ਦਵਾਈਆਂ ਫੰਜਾਈ ਤੋਂ ਪ੍ਰਾਪਤ ਹੁੰਦੀਆਂ ਹਨ। ਬੈਕਟੀਰੀਆ ਦਾ ਆਕਾਰ ਮਾਈਕਰੋਮੀਟਰ ਦੇ ਵਿੱਚ ਕਿੰਨਾ ਹੁੰਦਾ ਹੈ? 2 ਤੋਂ 10 ਮਾਈਕਰੋਮੀਟਰ ਬੈਕਟੀਰੀਆ ਦਾ ਆਕਾਰ ਹੁੰਦਾ ਹੈ। ਪਹਿਲੀ ਆਪਸ਼ਨ ਸਹੀ ਬਣੂਗੀ। ਕਿਹੜਾ ਮੈਰੀਨ ਪ੍ਰੋਟਿਸਟ ਹੈ? ਕਿਹੜਾ ਹੈ ਵੀ? ਨੋਕਟੀਲਿਊਕਾ। ਠੀਕ ਹੈ, ਮਰੀਨ ਪ੍ਰੋਟਿਸਟ ਹੈ। ਇਹਦੇ ਵਿੱਚ ਨਹੀਂ ਆਉਂਦਾ ਅਮੀਬਾ, ਪੈਰਾਮੀਸ਼ੀਅਮ, ਪੈਲੋਮੈਕਸ। ਠੀਕ ਹੈ ਬੇਟਾ, ਅਗਲਾ ਡੈਸ਼ ਵਿੱਚ ਅਣਢਕੇ ਬੀਜ ਹੁੰਦੇ ਨੇ। ਇਹ ਤਾਂ ਆਪਾਂ ਪਹਿਲਾਂ ਹੀ ਕਰਕੇ ਹਟੇ ਹਾਂ। ਠੀਕ ਹੈ, ਕਿਹਦੇ ਵਿੱਚ ਹੁੰਦੇ ਨੇ ਵੀ? ਜਿਹਦੇ ਵਿੱਚ ਅਣਢਕੇ ਬੀਜ ਹੁੰਦੇ ਨੇ ਤਾਂ ਕਾਫੀ ਸੌਖਾ ਵੀ ਹੈ, ਜਿਮਨੋਸਪਰਮ ਦੇ ਵਿੱਚ। ਠੀਕ ਹੈ, ਨੰਗਾ ਭਰੂਣ, ਨੰਗੇ ਬੀਜ ਜਾਂ ਅਣਢਕੇ ਬੀਜ ਜਿਮਨੋਸਪਰਮ ਦੇ ਵਿੱਚ ਹੁੰਦੇ ਆ। ਢਕੇ ਹੋਏ ਜੀਵ ਐਂਜੀਓਸਪਰਮ ਦੇ ਵਿੱਚ ਆਉਂਦੇ ਆ। ਇਹਦੇ ਜ਼ਿਆਦਾਤਰ ਫੁੱਲਾਂ ਵਾਲੇ ਪੌਦੇ ਐਂਜੀਓਸਪਰਮ 'ਚ ਆਉਂਦੇ। ਉਸ ਪੌਦੇ ਦੀ ਉਦਾਹਰਨ ਜਿਸ ਦੇ ਬੀਜ ਹੁੰਦੇ ਹਨ ਪਰ ਫਲ ਨਹੀਂ ਹੁੰਦੇ ਕਿਹੜੇ ਆ ਵੀ? ਪਾਈਨਸ। ਠੀਕ ਹੈ, ਦੇਵਦਾਰ, ਪਾਈਨਸ ਇਹਦੇ ਵਿੱਚ ਆਉਂਦੇ ਨੇ। ਪੌਦੇ ਜਿਨ੍ਹਾਂ ਵਿੱਚ ਜਾਇਲਮ ਦੇ ਫਲੋਇਮ ਤਾਂ ਹੁੰਦੇ ਆ ਪਰ ਬੀਜ ਨਹੀਂ ਹੁੰਦੇ ਕਿਹੜੇ ਆ ਵੀ? ਉਹ ਟ੍ਰਾਈਡੋਫਾਈਟਾ। ਠੀਕ ਹੈ, ਜਾਇਲਮ ਫਲੋਇਮ ਹੁੰਦੇ ਨੇ ਪਰ ਉਹਨਾਂ ਦੇ ਕੁਝ ਬੀਜ ਨਹੀਂ ਹੁੰਦੇ। ਬ੍ਰਾਇਓਫਾਈਟਾ ਦੀ ਉਦਾਹਰਨ ਹੈ। ਇਹੀ ਆ ਪੌਦਾ ਜਗਤ ਦੇ ਜਲਥਲੀ ਜੀਵ। ਉਦਾਹਰਨ ਹੀ ਬ੍ਰਾਇਓਫਾਈਟਾ ਮਹੱਤਵਪੂਰਨ ਹੈ। ਕਾਹਦੇ ਵਾਸਤੇ ਵੀ? ਵਾਤਾਵਰਨਕ ਮਹੱਤਤਾ ਲਈ। ਟੇਪ ਵਰਮ ਵਿੱਚ ਡੈਸ਼ ਪ੍ਰਣਾਲੀ ਨਹੀਂ ਹੁੰਦੀ। ਪਾਚਨ ਪ੍ਰਣਾਲੀ ਟੇਪ ਵਰਮ ਦੇ ਵਿੱਚ ਨਹੀਂ ਹੁੰਦੀ। ਮੱਛੀ ਦੇ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ? ਕਿੰਨੇ ਹੁੰਦੇ ਆ ਬੇਟਾ? 2 ਹੁੰਦੇ ਆ। ਠੀਕ ਹੈ, ਮੱਛੀ ਦੇ ਵਿੱਚ ਦਿਲ ਦੇ 2 ਖਾਨੇ ਹੁੰਦੇ ਆ। ਸੱਪ, ਕੱਛੂਕੁੰਮੇ, ਕਿਰਲੀਆਂ ਇਹਨਾਂ ਵਿੱਚ 3 ਖਾਨੇ ਹੁੰਦੇ ਆ। ਮਗਰਮੱਛ ਦੇ 4 ਖਾਨੇ ਹੁੰਦੇ ਹਨ। ਮਨੁੱਖ ਦੇ ਵਿੱਚ ਵੀ ਦਿਲ ਦੇ 4 ਖਾਨੇ ਹੁੰਦੇ ਹਨ। ਜੰਤੂ ਜਗਤ ਦੀ ਸਭ ਤੋਂ ਵੱਡੀ ਫਾਈਲਮ ਹੈ ਕਿਹੜੀ ਹੈ ਵੀ?
ਜੰਤੂ ਜਗਤੀ ਸਭ ਤੋਂ ਵੱਡਾ ਵਰਗ ਕਹਿ ਸਕਦੇ ਹਾਂ ਆਪਾਂ, ਕਿਹੜਾ ਹੈ? ਆਰਥਰੋਪੋਡਾ। ਠੀਕ ਹੈ, ਇਹਦੇ ਵਿੱਚ ਆਉਂਦੇ ਨੇ ਸਭ ਤੋਂ ਜ਼ਿਆਦਾ ਜੰਤੂ। ਕਿਹੜੀ ਡਿਵੀਜ਼ਨ ਕ੍ਰਿਪਟੋਗੇਮੀ ਨਾਲ ਸੰਬੰਧਿਤ ਹੈ? ਕਿਹੜੀ ਆ ਵੀ ਕ੍ਰਿਪਟੋਗੇਮੀ ਨਾਲ ਸੰਬੰਧਿਤ? ਟ੍ਰਾਈਡੋਫਾਈਟਾ। ਠੀਕ ਹੈ, ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ। ਟ੍ਰਾਈਡੋਫਾਈਟਾ ਕ੍ਰਿਪਟੋਗੇਮੀ ਨਾਲ ਸੰਬੰਧਿਤ ਹੈ। ਠੀਕ ਹੈ, ਜਿਵੇਂ ਲੁਕਵੇਂ ਜਨਨ ਅੰਗਾਂ ਵਾਲੇ ਹੁੰਦੇ ਨੇ ਇਹ। ਠੀਕ ਹੈ, ਟ੍ਰਾਈਡੋਫਾਈਟਾ ਦੇ ਵਿੱਚ ਕ੍ਰਿਪਟੋਗੇਮੀ ਲੁਕਵੇਂ ਜਨਨ ਅੰਗਾਂ ਵਾਲੇ, ਜਨਨ ਅੰਗ ਜਿਨ੍ਹਾਂ ਦੇ ਵਿੱਚ ਵਿਕਸਿਤ ਹੁੰਦੇ ਨੇ ਜਾਂ ਬੀਜ ਬਣਦਾ, ਉਹ ਹੁੰਦੇ ਨੇ ਫੈਨੀਰੋਗੇਮੀ। ਉਹ ਅੱਗੇ ਦੋ ਪ੍ਰਕਾਰ ਦੇ ਹੋ ਜਾਂਦੇ ਨੇ, ਐਂਜੀਓਸਪਰਮ ਅਤੇ ਜਿਮਨੋਸਪਰਮ। ਜਿਮਨੋਸਪਰਮ ਦੇ ਵਿੱਚ ਬੀਜ ਨੰਗੇ ਹੁੰਦੇ ਨੇ ਅਤੇ ਐਂਜੀਓਸਪਰਮ ਦੇ ਵਿੱਚ ਬੀਜ ਢਕੇ ਹੁੰਦੇ ਨੇ, ਮਤਲਬ ਫੁੱਲਾਂ ਵਾਲੇ ਪੌਦੇ ਇਹ ਐਂਜੀਓਸਪਰਮ ਦੇ ਵਿੱਚ ਆਉਂਦੇ ਹਨ। ਠੀਕ ਹੈ ਬੇਟਾ। ਕਿਹੜਾ ਆਰਥਰੋਪੋਡਾ ਨਾਲ ਸੰਬੰਧਿਤ ਹੈ? 28ਵਾਂ ਕੁਐਸਚਨ। ਮੱਖੀ ਮੱਕੜੀ ਦੋਨੇ ਹੀ ਆਰਥਰੋਪੋਡਾ ਨਾਲ ਸੰਬੰਧਿਤ ਹਨ। ਹੋਰ ਕਿਹੜੇ ਕਿਹੜੇ ਨੇ ਆਰਥਰੋਪੋਡਾ ਨਾਲ ਸੰਬੰਧਿਤ? ਕਾਕਰੋਚ, ਤਿਤਲੀ, ਝੀਂਗਾ, ਇਹ ਸਾਰੇ ਆਰਥਰੋਪੋਡਾ ਨਾਲ ਸੰਬੰਧਿਤ ਹਨ। ਕਿਹੜਾ ਰੈਪਟਾਈਲ ਨਾਲ ਸੰਬੰਧਿਤ ਹੈ? ਰੈਪਟਾਈਲ ਉਹ ਹੁੰਦੇ ਨੇ ਜਿਹੜੇ ਜ਼ਿਆਦਾਤਰ ਠੰਡੀਆਂ ਥਾਵਾਂ 'ਚ ਰਹਿੰਦੇ ਨੇ। ਠੀਕ ਹੈ, ਰੇਂਗਣ ਵਾਲੇ ਜੰਤੂ ਆਪਾਂ ਕਹਿ ਦਿੰਦੇ ਹਾਂ। ਸੱਪ, ਛਿਪਕਲੀ, ਇਹ ਦੋਨੇ ਹੀ ਰੈਪਟਾਈਲ ਨਾਲ ਸੰਬੰਧਿਤ ਹਨ। ਠੀਕ ਹੈ ਬੇਟਾ, ਇਹਨਾਂ ਨੂੰ ਠੰਡੇ ਲਹੂ ਵਾਲੇ ਜੰਤੂ ਵੀ ਕਿਹਾ ਜਾਂਦਾ ਹੈ। ਸਪਾਇਰੋ ਵਗੈਰਾ ਡੈਸ਼ ਨਾਲ ਸੰਬੰਧਿਤ ਹੈ? ਟ੍ਰਾਈਡੋਫਾਈਟਾ, ਬ੍ਰਾਇਓਫਾਈਟਾ, ਐਲਗੀ, ਫੰਜਾਈ। ਕੀ ਨਾਲ ਸੰਬੰਧਿਤ ਹੈ? ਐਲਗੀ ਨਾਲ। ਠੀਕ ਹੈ, ਐਲਗੀ ਨੂੰ ਥੈਲੋਫਾਈਟਾ ਵੀ ਕਹਿੰਦੇ ਨੇ। ਠੀਕ ਹੈ, ਕਈ ਵਾਰੀ ਤੁਹਾਨੂੰ ਪੁੱਛ ਲੈਣ ਤਾਂ ਐਲਗੀ ਨੂੰ ਥੈਲੋਫਾਈਟਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਕਾਈ ਵੀ ਕਿਹਾ ਜਾਂਦਾ। ਗੰਡੋਏ ਦਾ ਸਰੀਰ ਕਿੰਨੇ ਭਾਗਾਂ ਵਿੱਚ ਵੰਡਿਆ ਹੁੰਦਾ? ਗੰਡੋਏ ਦਾ ਸਰੀਰ ਲਗਭਗ 90 ਤੋਂ ਲੈ ਕੇ 100 ਭਾਗਾਂ ਦੇ ਵਿੱਚ, ਖੰਡਾਂ ਦੇ ਵਿੱਚ ਵੰਡਿਆ ਹੁੰਦਾ। ਪਾਈਨਸ ਹੈ ਜਿਹੜਾ, ਉਹ ਕੀ ਹੈ ਕਹਿੰਦੇ? ਬੂਟੀ ਹੈ, ਝਾੜੀ ਹੈ, ਵੇਲ ਹੈ, ਦਰਖਤ ਹੈ। ਠੀਕ ਹੈ ਬੇਟਾ। ਡੱਡੂ ਦਾ ਵਿਗਿਆਨਕ ਨਾਂ ਕੀ ਹੈ? ਰਾਨਾ ਟਿਗਰਾਨਾ ਡੱਡੂ ਦਾ ਵਿਗਿਆਨਕ ਨਾਂ ਹੈ। ਏਰੋਸ ਇੰਡੀਕਾ ਜਿਹੜਾ, ਉਹ ਫੁੱਲਾਂ ਦਾ ਵਿਗਿਆਨਕ ਨਾਂ। ਹੋਮੋਸੇਪੀਅਨਸ ਮਨੁੱਖ ਦਾ ਵਿਗਿਆਨਕ ਨਾਂ। ਠੀਕ ਹੈ, ਟ੍ਰਾਈਡੋਫਾਈਟਾ ਵਿੱਚ ਨਹੀਂ ਹੁੰਦਾ, ਕੀ ਨਹੀਂ ਹੁੰਦਾ? ਟ੍ਰਾਈਡੋਫਾਈਟਾ ਦੇ ਵਿੱਚ ਜੜ, ਪ੍ਰਣਾਲੀ, ਫੁੱਲ, ਪੱਤੇ। ਕਿਹੜਾ ਨਹੀਂ ਹੁੰਦਾ ਵੀ? ਕੋਈ ਇਹਨਾਂ ਦੇ ਵਿੱਚ ਨਾੜੀ ਪ੍ਰਣਾਲੀ, ਸਿਸਟਮ, ਵਹਿਣੀ ਟਿਸ਼ੂ ਆਦਿ ਵਗੈਰਾ ਇਹਦੇ ਵਿੱਚ ਨਹੀਂ ਹੁੰਦੇ। ਠੀਕ ਹੈ, ਕਿਹੜੀ ਅਸਲੀ ਮੱਛੀ ਹੈ? ਕਿਹੜੀ ਮੱਛੀ ਹੈ ਵੀ? ਡੈਗ ਫਿਸ਼। ਠੀਕ ਹੈ, ਦੀ ਕਿਸਮ ਹੈ ਇਹ ਡੈਗ ਫਿਸ਼। ਡੈਸ਼ ਵਿੱਚ ਦੂਰੀ ਸਾਹ ਪ੍ਰਣਾਲੀ ਹੈ? ਕਿੰਨਾ ਵਿੱਚ ਹੈ ਦੂਰੀ ਸਾਹ ਪ੍ਰਣਾਲੀ? ਪੰਛੀਆਂ ਵਿੱਚ ਹੈ, ਏਵੀਜ਼। ਠੀਕ ਹੈ, ਪੰਛੀਆਂ ਨੂੰ ਕੀ ਬੋਲਦੇ ਆਪਾਂ? ਏਵੀਜ਼ ਦੇ ਵਿੱਚ ਆਉਂਦੇ ਨੇ ਪੰਛੀ। ਠੀਕ ਹੈ, ਓਰੀਜਨ ਆਫ ਸਪੀਸੀਜ਼ ਕਿਤਾਬ ਕਿਸ ਨੇ ਲਿਖੀ ਸੀ? ਕਿਸ ਨੇ ਲਿਖੀ ਹੈ ਵੀ? ਜੌਹਨ ਡਾਰਵਿਨ ਨੇ। ਅਤੇ ਸਪੀਸੀਜ਼ ਸ਼ਬਦ ਵੀ ਇਸੇ ਨੇ ਦਿੱਤਾ ਸੀ। ਰੈਪਟਾਈਲ ਵਿੱਚ ਸਾਹ ਕਿਰਿਆ ਡੈਸ਼ ਦੁਆਰਾ ਹੁੰਦੀ ਹੈ? ਗਲਫੜੇ, ਸਿੱਲੀ ਚਮੜੀ, ਫੇਫੜੇ, ਫਿਲਸ। ਕਿਸ ਦੁਆਰਾ ਹੁੰਦੀ ਹੈ ਰੈਪਟਾਈਲ ਦੇ ਵਿੱਚ? ਸੱਪ, ਇਹਨਾਂ ਦੇ ਵਿੱਚ ਕਿਸ ਦੁਆਰਾ ਹੁੰਦੀ ਆ? ਫੇਫੜਿਆਂ ਦੁਆਰਾ। ਅਗਲਾ ਕੁਐਸਚਨ। ਦੋ ਨਾਵੀਂ ਨਾਂ ਪੱਧਤੀ ਵਿੱਚ ਵਿਗਿਆਨਕ ਨਾਂਵ ਕਿਸ ਭਾਸ਼ਾ ਤੋਂ ਹਨ? ਕਿਸ ਭਾਸ਼ਾ ਤੋਂ ਹਨ ਵੀ? ਲਾਤੀਨੀ ਭਾਸ਼ਾ ਦੇ ਸ਼ਬਦ ਨੇ ਦੋਨੋਂ। ਠੀਕ ਹੈ, ਕਿਹੜੇ ਕਿਹੜੇ ਸੀ? ਜੀਨਸ ਅਤੇ ਸਪੀਸੀਸ। ਠੀਕ ਹੈ, ਦੋਨੇ ਲਾਤੀਨੀ ਭਾਸ਼ਾ ਦੇ ਸ਼ਬਦ ਨੇ। ਪੇਰਨਕਾਈਮਾ ਦੀ ਜਿਹੜੀ ਸਰੀਰਕ ਬਣਤਰ ਹੈ, ਸਰੀਰਕ ਸੰਰਚਨਾ, ਉਹ ਸਧਾਰਨ ਹੁੰਦੀ ਹੈ। ਫਲੋਇਮ ਦੀ ਕੀ ਹੁੰਦੀ ਹੈ ਬੇਟਾ? ਗੁੰਝਲਦਾਰ ਹੁੰਦੀ ਹੈ। ਠੀਕ ਹੈ, ਅਗਲਾ। ਬਾਸ਼ਪ ਉਤਸਰਜਨ ਅਤੇ ਗੈਸ ਵਟਾਂਦਰਾ ਕਾਰਜ ਹਨ? ਸਟੋਮੈਟਾ, ਜਾਈਲਮ ਅਤੇ ਦੋਨੇ। ਕਿਹੜੇ ਨੇ? ਬਾਸ਼ਪ ਉਤਸਰਜਨ ਅਤੇ ਗੈਸ ਵਟਾਂਦਰਾ ਲਈ ਜ਼ਿੰਮੇਵਾਰ ਨੇ ਸਟੋਮੈਟਾ। ਨਿਮਨ ਵਿੱਚੋਂ ਕਿਹੜੀਆਂ 4 ਕਿਸਮਾਂ ਪ੍ਰਾਣੀ ਟਿਸ਼ੂ ਦੀਆਂ ਹਨ? ਕਿਹੜੀਆਂ ਨੇ ਵੀ? ਪ੍ਰਾਣੀ ਟਿਸ਼ੂ ਦੀਆਂ ਕਿਸਮਾਂ ਨੇ ਕਿਹੜੀਆਂ ਨੇ? ਜੋੜਕ ਟਿਸ਼ੂ, ਪੇਸ਼ੀ ਟਿਸ਼ੂ, ਅਧਿਛਦ ਟਿਸ਼ੂ, ਨਾੜੀ ਟਿਸ਼ੂ। ਠੀਕ ਹੈ, ਇਹ 4 ਕਿਸਮਾਂ ਨੇ। ਕਣਾਕਾਰ ਅਧਿਛਦ ਟਿਸ਼ੂ ਦੇ ਵਿੱਚ ਆਉਂਦਾ ਹੈ। ਦੇਲਾ ਜਿਹੜਾ ਕਿਹਦੇ ਵਿੱਚ ਆਉਂਦਾ? ਪੇਸ਼ੀ ਟਿਸ਼ੂ ਦੇ ਵਿੱਚ ਆਉਂਦਾ। ਧਾਰੀਦਾਰ ਪੇਸ਼ੀ ਨੂੰ ਜਾਣਿਆ ਜਾਂਦਾ ਹੈ? ਕਿਸ ਨਾਲ ਜਾਣਿਆ ਜਾਂਦਾ ਹੈ? ਪਿੰਜਰ ਟਿਸ਼ੀ ਦੇ ਨਾਮ ਨਾਲ। ਪਿੰਜਰ ਪੇਸ਼ੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਠੀਕ ਹੈ, ਅੱਛਾ। ਜਿਹੜੇ ਅਧਿਛਦ ਟਿਸ਼ੂ ਹੁੰਦੇ ਨੇ, ਇਹਨਾਂ ਦਾ ਕੀ ਕੰਮ ਹੈ? ਅਧਿਛਦ ਟਿਸ਼ੂਆਂ ਦਾ, ਇਹ ਸਰੀਰ ਨੂੰ ਢਕਣ, ਜੰਤੂਆਂ ਦੇ ਸਰੀਰ ਨੂੰ ਢਕਣ ਜਾਂ ਬਾਹਰੀ ਰੱਖਿਆ ਕਰਨ ਵਾਲੇ ਟਿਸ਼ੂ
ਹੁੰਦੇ ਨੇ। ਠੀਕ ਹੈ, ਜਿਹੜੇ ਪੇਸ਼ੀ ਟਿਸ਼ੂ ਹੁੰਦੇ ਨੇ ਉਹ ਗਤੀ ਕਰਨ ਲਈ ਜ਼ਰੂਰੀ ਹੁੰਦੇ ਨੇ। ਠੀਕ ਹੈ, ਇੱਕ ਨਾੜੀ ਟਿਸ਼ੂ ਹੁੰਦੇ ਨੇ ਜੋ ਉਤੇਜਨਾ ਦੇ ਪ੍ਰਤੀ ਕਿਰਿਆ ਕਰਨ ਦੀ ਯੋਗਤਾ ਰੱਖਦੇ ਨੇ, ਮਤਲਬ ਉਤੇਜਨਾ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦੇ ਨੇ। ਦਿਮਾਗ, ਸੁਖਨਾ ਨਾੜੀ ਇਸ ਟਿਸ਼ੂਆਂ ਤੋਂ ਬਣੇ ਹੁੰਦੇ ਨੇ। ਠੀਕ ਹੈ ਬੇਟਾ। ਅਗਲਾ, ਇੱਕ ਸੈੱਲ ਬਾਡੀ ਜਿਸ ਵਿੱਚ ਕੇਂਦਰ ਅਤੇ ਸੈੱਲ ਪਦਾਰਥ ਹੋਣ ਨੂੰ ਜਾਣਿਆ ਜਾਂਦਾ ਹੈ। ਕੇਂਦਰਕ ਵੀ ਹੋਵੇ ਅਤੇ ਸੈੱਲ ਪਦਾਰਥ ਵੀ ਹੋਵੇ। ਕਿਸ ਨਾਂ ਨਾਲ ਜਾਣਿਆ ਜਾਂਦਾ ਇਹਨੂੰ? ਲਿਗਾਮੈਂਟ। ਜੇਕਰ ਸੈੱਲ ਦਾ ਬਾਹਰ ਵਾਲਾ ਘੋਲ ਜ਼ਿਆਦਾ ਗਾੜਾ ਹੈ ਤਾਂ ਪ੍ਰਕਰਨ ਕਿਰਿਆ ਵਿੱਚ ਕੀ ਹੋਏਗਾ? ਪਾਣੀ ਸੈੱਲ ਦੇ ਅੰਦਰ ਜਾਵੇਗਾ, ਪਾਣੀ ਸੈੱਲ ਤੋਂ ਬਾਹਰ ਜਾਵੇਗਾ, ਕੁਛ ਵੀ ਕਿਰਿਆ ਨਹੀਂ ਹੋਵੇਗੀ, ਕੋਈ ਪ੍ਰਤੀਕਿਰਿਆ ਨਹੀਂ। ਕਿਹੜਾ ਹੋਊਗਾ ਵੀ? ਪਾਣੀ ਸੈੱਲ ਤੋਂ ਬਾਹਰ ਜਾਵੇਗਾ। ਸੈੱਲ ਭਿੱਤੀ ਕਿਸ ਦੀ ਬਣੀ ਹੁੰਦੀ ਹੈ? ਕਾਫੀ ਇੰਪੋਰਟੈਂਟ ਹੈ। ਕਿਸ ਦੀ ਬਣੀ ਹੁੰਦੀ ਹੈ? ਸੈਲੂਲੋਜ਼ ਦੀ ਬਣੀ ਹੁੰਦੀ ਹੈ। ਜੀਵਨ ਦੀ ਮੂਲ ਸੰਰਚਨਾਤਮਕ ਇਕਾਈ ਕੀ ਹੈ? ਸੈੱਲ ਹੈ। ਜੇਕਰ ਸੈੱਲ ਨੂੰ ਅਜਿਹੇ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਦੀ ਸੰਘਣਤਾ ਸੈੱਲ ਵਿਚਲੇ ਦਰਵ ਦੀ ਸੰਘਣਤਾ ਦੇ ਬਰਾਬਰ ਹੋਵੇ ਤਾਂ ਪਾਣੀ ਦਾ ਵਹਾਅ ਕਿਸ ਪਾਸੇ ਹੋਵੇਗਾ? ਵੀ ਕੋਈ ਵੀ ਕਿਰਿਆ ਨਹੀਂ ਹੋਊਗੀ। ਬਲੈਕ ਰਿਐਕਸ਼ਨ ਵਿੱਚ ਕਿਹੜਾ ਪ੍ਰੀਖਿਅਕਨ ਵਰਤਿਆ ਜਾਂਦਾ ਹੈ? ਆਇਓਡੀਨ ਵਰਤਿਆ ਜਾਂਦਾ। ਠੀਕ ਹੈ ਬੇਟਾ, ਇਹਦੇ ਲਈ ਸਹੀ ਆਪਸ਼ਨ ਹੈ ਜਿਹੜੀ ਉਹ ਆਇਓਡੀਨ ਹੋਊਗੀ। ਅੱਛਾ, ਲਹੂ ਆ ਜਿਹੜਾ ਉਹ ਜੋੜਕ ਟਿਸ਼ੂ ਹੁੰਦਾ। ਠੀਕ ਹੈ, ਲਹੂ ਦੇ ਵਿੱਚ ਹੁੰਦੇ ਨੇ ਪਲਾਜ਼ਮਾ ਹੁੰਦਾ ਜਿਹੜਾ ਤਰਲ ਪਦਾਰਥ ਹੁੰਦਾ ਲਹੂ ਦੇ ਵਿੱਚ। ਠੀਕ ਹੈ, ਰੈੱਡ ਬਲੱਡ ਸੈੱਲ ਹੁੰਦੇ ਨੇ ਲਹੂ ਦੇ ਵਿੱਚ, ਵਾਈਟ ਬਲੱਡ ਸੈੱਲ ਹੁੰਦੇ ਨੇ ਜਿਹੜੇ ਬਿਮਾਰੀਆਂ ਤੋਂ ਰੱਖਿਆ ਕਰਦੇ ਨੇ। ਠੀਕ ਹੈ, ਇਹ ਚੀਜ਼ਾਂ ਲਹੂ ਦੇ ਵਿੱਚ ਹੁੰਦੀਆਂ। ਇੱਕ ਲਹੂ ਦੇ ਵਿੱਚ ਪਲੇਟਲੈਟਸ ਕਾਊਂਟ ਹੁੰਦੀਆਂ, ਠੀਕ ਹੈ, ਉਹ ਵੀ ਲਹੂ ਦੇ ਵਿੱਚ ਹੁੰਦੀਆਂ। ਮਤਲਬ ਇਹ ਸਾਰੇ ਚੀਜ਼ਾਂ ਲਹੂ ਦੇ ਵਿੱਚ ਹੁੰਦੀਆਂ ਹਨ। ਠੀਕ ਹੈ ਬੇਟਾ, ਇਹ ਸੀ ਆਪਣੇ ਬਾਇਓਲੋਜੀ ਨਾਲ ਕੁਛ ਸੰਬੰਧਿਤ ਕੁਛ ਕੁਐਸਚਨ। ਮੈਨੂੰ ਉਮੀਦ ਆ ਤੁਹਾਨੂੰ ਸਮਝ ਆਏ ਹੋਣਗੇ, ਤੁਸੀਂ ਕਾਪੀ 'ਤੇ ਵੀ ਨੋਟ ਕੀਤੇ ਹੋਣਗੇ। ਥੈਂਕ ਯੂ ਬੇਟਾ।